प्रशासन की और किसानों की आमो सामने गल ये हो रही है। किसान कहते कि असी रस्ता नहीं रोकिया तो प्रशासन कहता भाई तुसी रस्ता छड्ड दो। किसानों ने कहा कि असी तो कोई रस्ता मतलब रोके ही नहीं। फिर भी जे तुहानूं लगदा हैगा कि असी आपदे एक संयुक्त किसान मोर्चे दे विच तुहाडा विचार जिहड़ा लैके चलदे हां, उस दे विच जाके गलबात कर ली जाएगी और असी एक पासा छड्डण नूं बिल्कुल तैयार हाँ। एक पासा चलदा रहे। असी कदे भी लोकां नूं तकलीफ नहीं देना चाहुंदे। स्थानक लोकां दी पूरी हमायत साडे नाल है। असी एक पासे बैठे हाँ जां डिवाइडर ते विचाले बैठे हाँ। सो ये मैनूं लगदा इहदे विच कोई ना कोई मसला निकलना चाहिए। असल दे विच इन्नी काहली क्यों हुई है रविंदर जी? 20 तरीक नूं सुप्रीम कोर्ट दे विच पेशी है इसे मामले ते। किसानों ने रस्ता बिल्कुल नहीं रोकया होया, बल्कि ਸਿੰਘੂ बॉर्डर के उत्ते जाके सरकार ने अगे अपने बैरीगेड ला के पुलिस खड़ाई हुई है। बिल्कुल ठीक है। ते ओहदे अगे फिर किसानों ने साइड ते मंच ला लिया, पर ਜਿਹੜੇ किसान नैशनल हाईवे ते ने उन्होंने साइड ते ही अपना डेरा लाया होया। वीडियो च पईआं ने ਜਦੋਂ 20 तरीक ਨੂੰ ਪੇਸ਼ੀ ਹੋਊਗੀ, ਜਿਹੜੇ ਵਕੀਲਾਂ ਨੇ ਕਿਸਾਨਾਂ ਵੱਲੋਂ ਪੇਸ਼ ਹੋਣਾ ਹੈ ਉਹ ਜਾ ਕੇ ਦਿਖਾਉਣਗੇ ਵੀ ਰਸਤੇ 'ਚ ਕਿੱਲਾਂ ਇਹਨਾਂ ਨੇ ਗੱਡੀਆਂ, ਕੰਡਿਆਲੀਆਂ ਤਾਰਾਂ ਇਹਨਾਂ ਨੇ ਲਾਈਆਂ ਤੇ ਜਿਹੜਾ ਬਿਲਕੁਲ ਖਾਈਆਂ ਇਹਨਾਂ ਨੇ ਪੱਟੀਆਂ ਔਰ ਬੈਰੀਕੇਡ ਲਾ ਕੇ ਆਪਦੀ ਪੁਲਿਸ ਇਹਨਾਂ ਨੇ ਖੜਾਈ ਹੋਈ ਹੈ। ਹੁਣ ਉਹ ਇਸ ਕਰਕੇ ਬਾਰ-ਬਾਰ ਕਿਸਾਨਾਂ ਦੇ ਨਾਲ ਆਉਂਦੇ ਨੇ ਕਿ ਕਿਸਾਨ ਉਹ ਸਾਰਾ ਕੁਝ ਅਦਾਲਤ 'ਚ ਨਾ ਲੈ ਜਾਣ। ਉਦੋਂ ਪਹਿਲਾਂ ਹੀ ਕਹਿ ਦਈਏ ਵੀ ਸਾਡੀ ਕਿਸਾਨਾਂ ਨਾਲ ਗੱਲ ਨਿਬੜ ਗਈ, ਲਓ ਜੀ ਰਸਤਾ ਖੋਲ੍ਹ ਦਿਓ। दिल्ली पुलिस कहती है कि नवंबर दसंबर 2020 ਤੇ जनवरी 2021 ਦੇ ਵਿੱਚ ਪੰਜਾਬ ਤੇ ਹਰਿਆਣਾ 'ਚ ਟਰੈਕਟਰਾਂ ਦੀ ਵਿਕਰੀ ਬਹੁਤ ਜ਼ਿਆਦਾ ਵਧੀ ਹੈ। ਇਸ ਕਰਕੇ ਇਹ ਸਾਰਾ 26 ਜਨਵਰੀ ਦਾ ਟਰੈਕਟਰ ਮਾਰਚ ਇੱਕ ਛੜਯੰਤਰ ਸੀ, ਗਿਣੀ ਮਿੱਥੀ ਸਾਜ਼ਿਸ਼ ਸੀ ਉਹ ਕਹਿੰਦੇ ਆ ਜੀ। ਉਹਨਾਂ ਨੇ ਜੋ ਮਰਜ਼ੀ ਕਹੀ ਜਾਣ, ਉਹ ਸਾਜ਼ਿਸ਼ ਰਚਨ ਕਿਉਂ ਦਿੱਤੀ? ਉਹਨਾਂ ਦਾ ਖੁਫੀਆ ਤੰਤਰ ਕਿੱਥੇ ਲੁਕਿਆ ਬੈਠਾ ਸੀਗਾ ਜਿਨ੍ਹਾਂ ਨੇ ਰਿਪੋਰਟ ਉਹਦੇ ਮਾਮਲੇ 'ਚ ਨਹੀਂ ਦਿੱਤੀ? ਸੋ ਰਵਿੰਦਰ ਜੀ ਇਹ ਕਹਿਣਾ ਇੱਕ ਹੈ, ਪਰ ਹੈਰਾਨੀ ਇਹ ਹੈ ਕਿ ਜਿਹੜੇ ਮਹੀਨੇ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਟਰੈਕਟਰਾਂ ਦੀ ਵਿਕਰੀ 93.40% ਵਧੀ ਹੈ ਜੀ। 90% ਤੋਂ ਵੱਧ ਟਰੈਕਟਰ ਖਰੀਦੇ ਜਾਣੇ ਇੱਕ ਬਹੁਤ ਵੱਡਾ ਅੰਕੜਾ ਹੈਗਾ। ਇਹੋ ਕਾਰਨ ਹੈ ਕਿ ਯੂਪੀ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ 3300 ਟੋਟਲ ਉਮੀਦਵਾਰ ਸੀ, ਉਹਦੇ ਵਿੱਚੋਂ 1135 ਦੇ ਕਰੀਬ ਜਿਨ੍ਹਾਂ ਦਾ ਟਰੈਕਟਰ ਚੋਣ ਨਿਸ਼ਾਨ ਸੀ ਆਜ਼ਾਦ ਉਮੀਦਵਾਰ ਜਿੱਤ ਗਏ ਤੇ ਭਾਰਤੀ ਜਨਤਾ ਪਾਰਟੀ ਨੂੰ ਮਿਲ ਗਿਆ 683। ਉਹਨਾਂ ਨਾਲੋਂ ਵੱਧ ਉਹਨਾਂ ਦੀ ਗਿਣਤੀ। ਇਸ ਕਰਕੇ ਟਰੈਕਟਰ ਬਹੁਤ ਵੱਡਾ ਹਰਮਨ ਪਿਆਰਾ ਹੋ ਗਿਆ। ਕਿਤੇ ਇਹ ਨਾ ਹੋਵੇ 2024 ਦੇ ਵਿੱਚ ਇਹ ਜਿਹੜੇ ਵੱਡੇ ਸੁਪਨੇ ਲਈ ਬੈਠੇ ਨੇ ਇਹ ਟਰੈਕਟਰ ਦਾ ਚੋਣ ਨਿਸ਼ਾਨ ਇਹਨਾਂ ਨੂੰ ਦੇਸ਼ ਨਿਕਾਲਾ ਕਰਾ ਦੇਵੇ। ਸੋ ਟਰੈਕਟਰਾਂ ਦਾ ਲਗਾਤਾਰ ਵਧਣਾ, ਨਵੰਬਰ 19 ਦੇ ਵਿੱਚ ਜਿੱਥੇ 740 ਇਹਨਾਂ ਦੋ ਰਾਜਾਂ ਦੇ ਵਿੱਚ ਟਰੈਕਟਰ ਵਿਕੇ, ਉੱਥੇ ਦਸੰਬਰ 20 ਤੱਕ ਇਹੀ ਗਿਣਤੀ 1530 ਹੋ ਗਈ। ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜਾ ਪਰਸੋਂ ਬਿਆਨ ਦਿੱਤਾ ਸੀ ਕਿ ਪੰਜਾਬ ਦਾ ਅਰਥਚਾਰਾ ਹਿੱਲ ਰਿਹਾ ਆ ਕਿਸਾਨਾਂ ਕਰਕੇ, ਅੱਜ ਉਹ ਕਹਿੰਦੇ ਨੇ ਕਿ ਇਹ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਕਸਦ ਇਹ ਨਹੀਂ ਸੀ ਕਿ ਕਿਸਾਨ ਅਰਥਚਾਰਾ ਤੋੜ ਰਹੇ ਨੇ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜੋ ਵੀ ਕੁਛ ਜਦੋਂ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ, ਹਰ ਚੀਜ਼ 'ਚ ਉਹਨਾਂ ਦਾ ਸਮਰਥਨ ਕਰ ਰਹੀ ਹੈ, ਤਾਂ ਉਹ ਹਰਿਆਣਾ ਜਾਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ। ਗੱਲ ਕਹਿੰਦੇ ਕੈਪਟਨ ਸਾਹਿਬ ਨੇ ਪਹਿਲੀ ਗੱਲ ਤਾਂ ਬੜੀ ਦੇਰ ਬਾਅਦ ਇਹ ਬਿਆਨ ਦਿੱਤਾ ਹੈਗਾ। ਇਹ ਦਿੱਤਾ ਜਾਂ ਦਬਾਇਆ ਗਿਆ ਜਾਂ ਇਹਦੇ ਪਿੱਛੇ ਮਨਸ਼ਾ ਕੀ ਸੀ? ਇਹਦੇ ਜਿਹੜੇ ਵੱਖ-ਵੱਖ ਰਾਜਸੀ ਪਾਰਟੀਆਂ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈ ਉਹ ਅਰਥ ਕੱਢ ਰਹੇ ਨੇ। ਕੈਪਟਨ ਸਾਹਿਬ ਨੇ ਨਾਲ ਅੱਜ ਆਪਦਾ ਬਿਆਨ ਦੇ ਵਿੱਚ ਕੁਝ ਤਰਕ ਇਹ ਵੀ ਦਿੱਤੇ ਨੇ ਕਿ ਅਡਾਨੀਆਂ ਦਾ ਕਿੰਨਾ ਸ਼ੇਅਰ ਹੈ ਇੱਥੇ, ਫਲਾਣੇ ਦਾ ਕਿੰਨਾ, ਦੂਜੇ ਦਾ ਕਿੰਨਾ, ਤੀਜੇ ਦਾ ਕਿੰਨਾ, ਕਿ ਜੇ ਇੱਥੇ ਇੰਡਸਟਰੀ ਨਹੀਂ ਲੱਗੇਗੀ ਤਾਂ ਅਸੀਂ ਨੁਕਸਾਨੇ ਜਾਵਾਂਗੇ। ਇੰਨੇ ਧਰਨੇ ਨੇ, ਬੜਾ ਕੁਝ ਉਹਨਾਂ ਨੇ ਗਰਾਊਂਡ ਦਾ ਯਤਨ ਕੀਤਾ। ਕੱਲ੍ਹ ਹੀ ਸੀ ਵੀ ਉਹ ਜੂ ਟਰਨ ਉਹਨਾਂ ਨੇ ਕੱਲ੍ਹ ਵਾਲੇ ਬਿਆਨ ਤੋਂ ਮਾਰਿਆ। ਜਦੋਂ ਅਸਲ ਦੇ ਵਿੱਚ ਨਾ ਰਵਿੰਦਰ ਜੀ ਰਾਜਸੀ ਲੋਕ ਇੱਕ ਟੀਕਾ ਲਾ ਕੇ ਵੇਖਦੇ ਹੁੰਦੇ ਆ। ਜੇ ਤਾਂ ਉਹ ਟੀਕਾ ਚੱਲ ਜੇ ਫਿਰ ਤਾਂ ਪੌ 12, ਜੇ ਉਹ ਟੀਕੇ ਦੀ ਐਲਰਜੀ ਹੋ ਜਾਏ ਕਿਸੇ ਨੂੰ, ਆਮ ਤੌਰ 'ਤੇ ਪੈਨਸਲੀਨ ਵਾਲੀ ਗੱਲ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਪੈਨਸਲੀਨ ਲਾਈ ਜਾਂਦੀ ਸੀ ਨਾ, ਉਹ ਪਹਿਲਾਂ ਸਕਿਨ 'ਚ ਲਾਈ ਜਾਂਦੀ ਸੀ ਵੀ ਜੇ ਕੋਈ ਐਲਰਜੀ ਹੋ ਜਾਏ, ਉਤਲੀ ਸਕਿਨ 'ਚ ਹੋ ਜਾਏ, ਬੱਚੇ ਨੂੰ ਕੋਈ ਜਾਂ ਕਿਸੇ ਹੋਰ ਨੂੰ ਉਹਦਾ ਨੁਕਸਾਨ ਨਾ ਹੋਵੇ। ਟੀਕਾ ਉਹਨਾਂ ਨੇ ਕੱਲ੍ਹ ਲਾ ਕੇ ਦੇਖਿਆ, ਪਰ ਇਹਦਾ ਬਹੁਤ ਵੱਡਾ ਵਿਵਾਦ ਹੋਇਆ। ਅੱਜ ਉਹਨਾਂ ਨੂੰ ਉਹਦੇ 'ਤੇ ਸਪਸ਼ਟੀਕਰਨ ਦੇਣਾ ਪਿਆ। ਪਰ ਰਾਜਸੀ ਆਗੂ ਇਸ ਮਾਮਲੇ ਨੂੰ ਬਹੁਤ ਮਤਲਬ ਆਪਣੇ ਆਪਣੇ ਤਰੀਕੇ ਦੇ ਨਾਲ ਉਛਾਲ ਰਹੇ ਨੇ। ਭਾਵੇਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਹੋਣ,
ਆਮ ਆਦਮੀ ਪਾਰਟੀ ਹੋਵੇ, ਕਿਸਾਨ ਜਥੇਬੰਦੀਆਂ ਹੋਣ, ਸਾਰਿਆਂ ਨੇ ਕੈਪਟਨ ਸਾਹਿਬ ਦੇ ਇਸ ਬਿਆਨ ਨੂੰ ਆੜੇ ਹੱਥੀ ਲਿਆ, ਜਿਹਦੇ ਕਰਕੇ ਉਹਨਾਂ ਨੂੰ ਉਸ ਨੂੰ ਇਹ ਕਹਿਣਾ ਪਿਆ ਇੱਕ ਸ਼ੁਕਰ ਕਰੋ ਜਦੋਂ ਤੋਂ ਇਹ ਵਿਜ਼ੂਅਲ ਕੰਮ ਆ ਗਿਆ ਸਾਡਾ ਖਹਿੜਾ ਛੁੱਟ ਗਿਆ, ਨਹੀਂ ਤਾਂ ਸਾਡੇ ਗੱਲ 'ਚ ਪਾ ਦਿੰਦੇ ਸੀ। ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਦੋਂ ਕੋਈ ਬਿਆਨ ਉਹਨਾਂ ਦੇ ਮੀਡੀਆ ਐਡਵਾਈਜ਼ਰ ਵੱਲੋਂ ਜਾਰੀ ਕੀਤਾ ਗਿਆ ਸੀ। ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ ਨੂੰ GST ਦੇ ਅੰਡਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਦੇ ਲਈ ਸਕੀਮਾਂ ਬਣ ਰਹੀਆਂ ਨੇ, ਮੀਟਿੰਗਾਂ ਹੋ ਰਹੀਆਂ ਨੇ ਤੇ ਐਂ ਜੇ ਜਾਪਦਾ ਆ ਕਿ ਕੇਂਦਰ ਸਰਕਾਰ ਇਸ ਵੇਲੇ ਬਿਲਕੁਲ ਨੰਗ ਹੋ ਕੇ ਬੈਠੀ ਹੈ ਕਿ ਭਾਈ ਹੁਣ ਤਾਂ ਕਿਸੇ ਵੀ ਤਰੀਕੇ ਅਸੀਂ ਲੋਕਾਂ ਤੋਂ ਪੈਸੇ ਕਢਾ ਲਈਏ, ਦੇਸ਼ ਚਲਾਉਣਾ ਆ। ਨਹੀਂ, ਇਹਦੇ 'ਚ ਨਾ ਇਸ ਤਰ੍ਹਾਂ ਅਰਵਿੰਦਰ ਜੀ ਇੱਕ ਪਟੀਸ਼ਨ ਪਾਈ ਹੈ, ਜਨਹਿਤ ਪਟੀਸ਼ਨ ਕੇਰਲ ਹਾਈ ਕੋਰਟ ਦੇ ਵਿੱਚ। ਉਹ ਕੇਰਲ ਹਾਈ ਕੋਰਟ ਦੇ ਜੱਜ ਸਾਹਿਬ ਨੇ ਇਹਨਾਂ ਤੋਂ ਜਵਾਬ ਮੰਗਿਆ ਕਿ ਆਓ ਦੱਸੋ ਆ ਕੇ ਕਿ ਤੁਸੀਂ ਇੰਨਾ ਮਹਿੰਗਾ ਸਿਸਟਮ ਕਿਉਂ ਕੀਤਾ ਹੋਇਆ ਹੈ। ਜਦੋਂ ਇਹ ਕਿਹਾ ਗਿਆ ਕਿ ਇੱਕ ਦੇਸ਼ ਇੱਕ ਟੈਕਸ, ਤਾਂ ਜਦੋਂ ਇਹ GST ਦੇ ਘੇਰੇ 'ਚ ਆਏਗਾ, GST ਦਾ ਘੇਰਾ ਹੈਗਾ ਵੱਧ ਤੋਂ ਵੱਧ 28%, ਇਹ ਲੱਗਦਾ 110%। ਤਾਂ ਜੇ ਇਹਨੂੰ GST ਦੇ ਘੇਰੇ 'ਚ ਲੈ ਆਉਂਦੇ ਨੇ, ਇੱਕ ਤਾਂ ਸਟੇਟਾਂ ਦਾ ਵੈਟ ਖਤਮ ਹੋ ਜਾਏਗਾ, ਦੂਜਾ ਇਹਨਾਂ ਨੇ ਜਿਹੜਾ ਆਬਕਾਰੀ ਵਿਭਾਗ ਆ 32 ਰੁਪਏ 33 ਰੁਪਏ ਪ੍ਰਤੀ ਬੈਰਲ ਭਾਅ ਆ ਕੱਚੇ ਤੇਲ ਦਾ, ਉਹਦੇ ਤੇ 34-35 ਰੁਪਏ ਕੇਂਦਰ ਗਰਾਉਂਦਾ ਹੈ ਤੇ 25 ਤੋਂ ਲਗਭਗ ਉਹ ਸਟੇਟਾਂ ਗਰਾ ਰਹੀਆਂ ਨੇ। ਜੇ ਇਹ GST ਦੇ ਘੇਰੇ 'ਚ ਆ ਗਿਆ ਤਾਂ ਇਹਨਾਂ ਨੂੰ ਕੀਮਤ ਘਟਾਉਣੀ ਪਏ। ਤਾਜ਼ੀ ਖਬਰ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਬਾਰੇ ਦੱਸਿਓ। ਜਿਹੜਾ ਸਭ ਤੋਂ ਵੱਡਾ ਦੋਸ਼ ਨਵਜੋਤ ਸਿੰਘ ਸਿੱਧੂ ਨੇ ਲਾਇਆ, ਉਹ ਕਹਿੰਦਾ ਵੀ ਬਜ਼ੁਰਗ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀਡੀਓ ਜਾਰੀ ਹੋਇਆ ਸੀ 3 ਸਤੰਬਰ 2020 ਨੂੰ। ਅੱਜ 15 ਸਤੰਬਰ 2021 ਆ ਗਿਆ। 1 ਸਾਲ ਤੋਂ ਵੀ ਤਕਰੀਬਨ 12 ਦਿਨ ਉੱਪਰ ਲੰਘ ਗਏ। 1 ਸਾਲ 12 ਦਿਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ, ਉਹਦਾ ਕੋਈ ਵਿਰੋਧ ਨਹੀਂ ਕੀਤਾ। ਉਦੋਂ ਬਾਅਦ ਇਹਦਾ ਮਤਲਬ ਬਾਦਲ ਸਾਹਿਬ ਆਪਣੇ ਸਟੈਂਡ ਤੇ ਕਾਇਮ ਨੇ। ਜਿਹੜਾ ਉਹਨਾਂ ਨੇ ਉਸ ਵੇਲੇ ਇੱਕ ਹੋਰ ਦੋਸ਼ ਲਾਤਾ ਉਹਨਾਂ ਨੇ, ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਹੋ ਗਈਆਂ, ਇਹ ਤਾਂ ਇੱਕ ਡਰਾਮਾ ਕੀਤਾ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਣ ਦਾ, ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਫੇਰ ਚੋਣਾਂ ਤੋਂ ਬਾਅਦ ਇਕੱਠੇ ਹੋ ਜਾਣਾ, ਕਿਉਂਕਿ ਇਹਨਾਂ ਦਾ 9 ਮਾਸ ਦਾ ਰਿਸ਼ਤਾ ਤੇ ਬਾਦਲ ਸਾਹਿਬ ਦਾ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਸੀ ਉਹਦੇ ਵਿੱਚ ਕੋਈ ਤਲਾਕ ਨਹੀਂ ਪਿਆ। ਇਹ ਉਹਨਾਂ ਦੇ ਨਾਲ ਹੀ ਨੇ। ਇਹ ਅਗਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਡਰਾਮੇਬਾਜ਼ੀ ਕਰਨਗੇ। ਕੁਝ ਨੂੰ ਤਾਂ ਇਹ ਭਾਰਤੀ ਜਨਤਾ ਪਾਰਟੀ ਛਡਾ ਕੇ ਅਕਾਲੀ ਦਲ ਦੀ ਟਿਕਟ ਦੇ ਰਹੇ ਨੇ, ਕਈਆਂ ਨੂੰ BSP ਦੇ ਉੱਤੋਂ ਵੀ ਟਿਕਟਾਂ ਦਬਾ ਦੇਣਗੇ। ਸੋ ਇਹ ਉਹਨਾਂ ਦੇ ਦੋਸ਼ ਨੇ, ਜਿਹਦੇ ਬਾਰੇ ਲੱਗਦਾ ਹੈ ਕਿ ਅਕਾਲੀ ਦਲ ਦਾ ਕੋਈ ਨਾ ਕੋਈ ਨੁਮਾਇੰਦਾ ਅਗਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਦਾ ਸਪਸ਼ਟੀਕਰਨ ਦੇਵੇ। BJP ਦੇ ਵਿੱਚ ਸੀਗੇ ਉਸ ਵੇਲੇ, ਜੇ ਅਕਾਲੀਆਂ ਦੇ ਅਗੇਂਸਟ ਇਸ ਤਰੀਕੇ ਨਾਲ ਬੋਲ ਲੈਂਦੇ ਸਿੱਧੂ ਸਾਹਿਬ, ਤਾਂ ਸ਼ਾਇਦ ਤੁਹਾਨੂੰ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਸੀ ਪੈਣੀ ਤੇ ਸ਼ਾਇਦ ਆ ਬਿੱਲ ਨਾ ਹੀ ਆਵੇ। ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਜਿਹੜਾ ਅੱਜ ਵਿਰੋਧ ਅਕਾਲੀ ਦਲ ਕਰ ਰਿਹਾ। ਜੇ ਆਰਡੀਨੈਂਸਾਂ ਵੇਲੇ ਇਹਨਾਂ ਦਾ ਵਿਰੋਧ ਕੀਤਾ ਹੁੰਦਾ, ਕਈ ਪਾਰਟੀਆਂ ਇਹ ਦੋਸ਼ ਲਾਉਂਦੀਆਂ ਨੇ ਕਿ ਜੇ ਤੁਸੀਂ ਉਦੋਂ ਵਿਰੋਧ ਕਰਦੇ, ਹੋ ਸਕਦਾ ਇਹ ਕਾਨੂੰਨ ਦੀ ਸ਼ਕਲ ਲੈਂਦੇ ਹੀ ਨਾ। ਤੁਹਾਡਾ ਭਾਈਵਾਲ ਸੀ, ਭਾਈਵਾਲ ਇੱਕ ਵੀ ਪਾਸੇ ਹੋ ਜਾਵੇ, ਭਾਵੇਂ ਬਹੁਮੱਤਾ ਵੀ ਅੱਜ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਕੋਲੇ ਕੇਂਦਰ ਦੇ ਵਿੱਚ 300 ਤੋਂ ਵੱਧ ਸੀਟਾਂ ਨੇ, ਪਰ ਜੇ 2 ਸੀਟਾਂ ਵੀ ਉਹਨਾਂ ਦੀਆਂ ਖਿਸਕਦੀਆਂ ਭਾਈਵਾਲਾਂ ਦੀਆਂ, ਤਾਂ ਇਸ ਦੇ ਨਾਲ ਅਕਾਲੀ ਦਲ ਜਿਹੜਾ ਸੀਗਾ ਅੱਜ ਵਾਲੀ ਸਥਿਤੀ 'ਚ ਨਹੀਂ ਸੀ ਹੁੰਦਾ। ਅਕਾਲੀ ਦਲ ਸਭ ਤੋਂ ਮੂਹਰੇ ਹੀਰੋ ਵਾਲੀ ਸਥਿਤੀ 'ਚ ਹੋਣਾ ਸੀ, ਕਿਉਂਕਿ ਵੱਧ ਅਧਿਕਾਰਾਂ ਦੀ ਗੱਲ 1973 ਤੋਂ ਜੇ ਚੱਕੀ ਸੀ ਤਾਂ ਅਕਾਲੀ ਦਲ ਨੇ ਚੱਕੀ ਸੀ। ਅੱਜ ਅਕਾਲੀ ਦਲ ਜਿਹੜਾ ਪਿੱਛੇ ਹਟ ਗਿਆ, ਉਹ ਆਪਦੇ ਸਿਧਾਂਤਾਂ ਤੋਂ ਪਰੇ ਹੋ ਗਿਆ, ਜਿਹਦੇ ਕਰਕੇ ਉਹਨਾਂ ਨੂੰ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਦੇ ਸੰਕਟ ਬਾਰੇ ਰਿਪੋਰਟ ਸਪੀਕਰ ਸਾਹਿਬ ਨੂੰ ਪੇਸ਼ ਕੀਤੀ ਹੈ ਜੀ। ਜਿਹੜੇ ਜਲ ਸਰੋਤ ਵਿਭਾਗ ਦੇ ਸੀਨੀਅਰ IAS ਅਧਿਕਾਰੀ ਨੇ ਸਰਬਜੀਤ ਸਿੰਘ, ਉਹ ਸਾਰੇ 6 ਤਾਂ ਮੈਂਬਰ ਸੀ ਇਹਨਾਂ ਤੋਂ ਵਿਧਾਇਕਾਂ 'ਚੋਂ, ਤੇ 7ਵੇਂ ਜਿਹੜੇ ਸਰਦਾਰ ਸਰਬਜੀਤ ਸਿੰਘ ਸੀਨੀਅਰ IAS ਅਧਿਕਾਰੀ ਨੇ, ਉਹ ਇਹਨਾਂ ਦੇ ਨਾਲ ਸਹਿਯੋਗ ਦੇਣ ਵਾਸਤੇ ਜਿਹੜੇ ਅਟੈਚ ਕੀਤੇ ਸੀ। ਹੁਣ ਇਸ ਕਮੇਟੀ ਨੇ ਜਿਹੜਾ ਤੱਥ ਕੱਢੇ ਨੇ, ਹਾਲਾਂਕਿ ਬਹੁਤ ਚਿਰ ਤੋਂ ਅਸੀਂ ਵੀ ਲਿਖਦੇ ਆ ਰਹੇ ਹਾਂ, ਮੈਂ 2000 ਤੋਂ ਲਿਖਦਾ ਆ ਰਿਹਾ ਸੀਗਾ ਕਿ ਅਗਲੇ 25-30 ਸਾਲਾਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਉਹ ਰੇਗਿਸਤਾਨ ਬਣ ਜਾਏਗਾ। ਕਈ ਅਖਬਾਰਾਂ ਨੇ ਇਹ ਵੀ ਸਵਾਲ ਚੱਕਿਆ ਕਿ ਅਗਲਾ ਵਿਸ਼ਵ ਯੁੱਧ ਪਾਣੀ ਦੇ ਆਧਾਰ ਤੇ ਹੋਵੇਗਾ।
ਇਹ ਹੁਣ ਤੱਕ ਚੁੱਪ ਰਹੇ, ਅੱਖਾਂ ਮੀਚ ਕੇ ਸੁੱਤੇ ਰਹੇ। ਆਹ ਜਿਹੜੀ ਕਮੇਟੀ ਨੇ ਰਿਪੋਰਟ ਸੌਂਪੀ ਹੈ ਉਹ ਵੀ ਬੜੀ ਹੈਰਾਨੀਜਨਕ ਹੈ ਕਿ ਪੰਜਾਬ ਦੇ 142 ਬਲਾਕਾਂ ਚੋਂ ਅਰਵਿੰਦਰ ਜੀ 110 ਬਲਾਕਾਂ ਦਾ ਪਾਣੀ ਹੈ ਜਿਹੜਾ ਉਹ 300 ਫੁੱਟ ਤੋਂ ਵੀ ਨੇੜੇ ਚਲਿਆ ਗਿਆ। ਕਈ ਅਜਿਹੇ ਨੇ ਜਿਨ੍ਹਾਂ ਤੇ 500 ਤੋਂ ਵੀ ਉੱਪਰ ਹੈ। ਉੱਥੇ ਝੋਨਾ ਲਾਉਣ ਦੀ ਮਨਾਹੀ ਹੈ, ਟਿਊਬਵੈੱਲ ਲਾਉਣ ਦੀ ਮਨਾਹੀ ਹੈ, ਪਰ ਇਹਨਾਂ ਨੇ ਕਿੰਨਾ ਕੁ ਰੋਕਿਆ। ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅੱਜ ਸ਼ਾਮ ਨੂੰ ਭਾਰਤੀ ਸਮੇਂ ਅਨੁਸਾਰ ਤੁਹਾਡੇ ਲਈ ਖਬਰਾਂ ਲੈ ਕੇ ਆਏ ਤੇ ਅਮਰੀਕਾ ਕੈਨੇਡਾ ਦੇ ਵਿੱਚ ਸਵੇਰ ਹੁੰਦੀ ਜਾ ਰਹੀ ਹੈ। ਖਬਰਾਂ ਪੰਜਾਬ ਦੀਆਂ ਨੇ, ਤਾਜ਼ੀਆਂ ਖਬਰਾਂ ਨੇ। ਨਵਜੋਤ ਸਿੰਘ ਸਿੱਧੂ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਕੀ ਕੁਝ ਹੋਇਆ। ਟਰੈਕਟਰ ਖਰੀਦਣ ਦੇ ਉੱਤੇ ਦਿੱਲੀ ਪੁਲਿਸ ਨੇ ਆਪਣੀ ਚਾਰਜਸ਼ੀਟ ਦੇ ਵਿੱਚ ਕੀ ਕੁਝ ਪੇਸ਼ ਕੀਤਾ ਹੈ ਕਿ 26 ਜਨਵਰੀ ਦੀ ਘਟਨਾ ਨੂੰ ਟਰੈਕਟਰਾਂ ਦੀ ਖਰੀਦ ਨਾਲ ਕਿੱਦਾਂ ਜੋੜਿਆ ਗਿਆ ਹੈ। ਬੜੀਆਂ ਹਾਸੋਹੀਣੀਆਂ ਗੱਲਾਂ ਹੋਈਆਂ ਨੇ। ਕਿਸਾਨ ਆਗੂਆਂ ਨੇ ਉਸ ਚੀਜ਼ ਨੂੰ ਨਕਾਰਿਆ ਆ ਅਤੇ ਕਿਹਾ ਕਿ ਬਚਕਾਨਾ ਹਰਕਤਾਂ ਨੇ ਦਿੱਲੀ ਪੁਲਿਸ ਦੀਆਂ। ਇਸ ਤੋਂ ਇਲਾਵਾ ਕਿਸਾਨਾਂ ਦੀ ਸੋਨੀਪਤ 'ਚ ਪ੍ਰਸ਼ਾਸਨ ਨਾਲ ਬੈਠਕ ਹੋਈ ਹੈ, ਉਹਦੇ ਬਾਰੇ ਚਰਚਾ ਕਰਾਂਗੇ। ਅਤੇ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਸਰਦਾਰ ਜਸਪਾਲ ਸਿੰਘ ਢਿੱਲੋਂ ਜੀ ਦਾ। ਢਿੱਲੋਂ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ, ਬਹੁਤ ਮਿਹਰਬਾਨੀ ਅਰਵਿੰਦਰ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਜ਼ੀ ਖਬਰ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਬਾਰੇ ਦੱਸਿਓ। ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਕਾਂਗਰਸ ਜਿਹੜਾ ਭਵਨ ਹੈ 15 ਸੈਕਟਰ ਵਾਲਾ, ਉਹਦੇ ਵਿੱਚ ਮੀਡੀਆ ਨੂੰ ਸੰਬੋਧਨ ਹੋਏ ਨੇ। ਭਾਵੇਂ ਸਵਾਲਾਂ ਦੇ ਬਹੁਤੇ ਜਵਾਬ ਉਹ ਕਹਿੰਦੇ ਵੀ ਅੱਜ ਮੀਡੀਆ ਸੁਣ ਲਓ, ਸਵਾਲ ਜਵਾਬ ਆਪਾਂ ਕਿਸੇ ਦਿਨ ਫੇਰ ਰੱਖ ਲਾਂਗੇ। ਉਹ ਤਾਂ ਵੈਸੇ ਉਹਨਾਂ ਦੀ ਸੁਣਦਾ ਜੀ ਹਰ ਕੋਈ। ਹਾਂ, ਅੱਗੇ ਵੀ ਨਹੀਂ ਸਵਾਲ ਜਵਾਬ ਤਾਂ ਸਵਾਲ ਜਵਾਬ ਦੇ ਵਿੱਚ ਪਰ ਉਹਨਾਂ ਨੇ ਜਿਹੜੀ ਗੱਲ ਉਠਾਈ ਹੈ, ਜਿਹੜਾ ਕੰਟਰੈਕਟ ਫਾਰਮਿੰਗ ਦਾ ਇੱਕ ਕਨਸੈਪਟ ਲਿਆਂਦਾ ਸੀ 2013 ਦੇ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ। ਸਿੱਧੂ ਸਾਹਿਬ ਨੇ ਅੱਜ ਗੱਲ ਕਹੀ ਹੈ ਕਿ ਇਹਦੇ ਲਈ ਸਾਰੇ ਦੇ ਸਾਰੇ ਜਿਹੜਾ ਉਹ ਕੰਟਰੈਕਟ ਫਾਰਮਿੰਗ 2013 ਵਾਲਾ ਪ੍ਰੋਜੈਕਟ ਸੀਗਾ, ਉਹਦੇ ਤੋਂ ਨਰਿੰਦਰ ਮੋਦੀ ਨੂੰ ਚਿਣਗ ਲੱਗੀ ਤੇ ਉਹਨੇ ਇਹ 3 ਕਾਨੂੰਨ ਜਿਹੜੇ ਹੈ ਉਹ ਹੋਂਦ ਵਿੱਚ ਲੈ ਆਂਦੇ। ਭਾਵ ਉਹਨਾਂ ਨੇ ਸਾਰੇ ਦਾ ਸਾਰਾ ਠੀਕਰਾ ਜਿਹੜਾ ਹੈਗਾ ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਭੰਨਤਾ। ਇਸ ਗੱਲ ਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸਲ ਦੇ ਵਿੱਚ ਬਿਮਾਰੀ ਦੀ ਜੜ ਤਾਂ ਸ਼ਾਂਤਾ ਕੁਮਾਰ ਦੀ ਜਿਹੜੀ ਰਿਪੋਰਟ ਸੀ ਉਹਦੀ ਕਮੇਟੀ ਦੇ ਵਿੱਚ, ਜਿਹਦੇ ਵਿੱਚ FCI ਨੂੰ ਖਤਮ ਕਰਨ ਦਾ ਮਾਮਲਾ ਲਿਆਂਦਾ ਗਿਆ ਸੀ। ਸਾਰਿਆਂ ਤੋਂ ਵੱਧ ਪੁਆੜੇ ਦੀ ਜੜ ਉਹ ਹੈ। ਠੀਕ ਹੈ, ਉਹਨਾਂ ਨੇ ਅੱਜ ਇਸ ਇਸ਼ੂ ਨੂੰ ਉਠਾਇਆ, ਵੱਡੇ ਪੱਧਰ ਦੇ ਉੱਤੇ ਉਠਾਇਆ। ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ, ਉਹ ਕਹਿੰਦੇ ਵੀ 5 ਜੂਨ ਨੂੰ ਜਦੋਂ ਆਰਡੀਨੈਂਸ ਆਏ ਉਦੋਂ ਬੀਬੀ ਹਰਸਿਮਰਤ ਕੌਰ ਬਾਦਲ ਇਸ ਮੰਤਰੀ ਮੰਡਲ ਦਾ ਕੇਂਦਰੀ ਦਾ ਹਿੱਸਾ ਸੀ। ਅੱਜ ਇਹ ਉਹਨਾਂ ਵੱਲੋਂ ਕਹਿਣਾ ਕਿ ਮੈਂ ਤਾਂ ਜੀ ਕਿਤੇ ਦਸਤਖਤ ਨਹੀਂ ਕੀਤੇ, ਕਹਿੰਦੇ ਵੀ ਕਿਹਨੂੰ ਮੂਰਖ ਬਣਾਇਆ ਜਾ ਰਿਹਾ ਹੈਗਾ। ਜੇ ਕਿਸੇ ਚੀਜ਼ ਤੇ ਤੁਸੀਂ ਮੰਤਰੀ ਮੰਡਲ 'ਚ ਬੈਠੇ ਹੋ, ਮੰਤਰੀ ਮੰਡਲ 'ਚੋਂ ਚੀਜ਼ ਪਾਸ ਹੋ ਜਾਂਦੀ ਹੈ ਤਾਂ ਤੁਹਾਡੀ ਸਹਿਮਤੀ ਸਮਝੀ ਜਾਂਦੀ ਹੈ। ਜੇ ਤੁਸੀਂ ਕਿਸੇ ਚੀਜ਼ ਦੇ ਵਿਰੋਧ ਹੋ ਤਾਂ ਬਕਾਇਦਾ ਕਾਰਵਾਈ ਰਜਿਸਟਰ ਦੇ ਵਿੱਚ ਤੁਹਾਨੂੰ ਆਪਣਾ ਵਿਰੋਧੀ ਪੱਖ ਹੈ ਜਿਹੜਾ ਉਹ ਲਿਖਾਉਣਾ ਪੈਂਦਾ ਹੈ। ਉਹ ਕਹਿੰਦੇ ਵੀ ਚਲੋ ਤੁਹਾਡੀ ਗੱਲ ਮੰਨ ਲੈਂਦੇ ਆ, ਜੇ ਤੁਸੀਂ ਉਦੋਂ ਇਹਦੇ ਹੱਕ ਦੇ ਵਿੱਚ ਨਹੀਂ ਸੀ, ਬਾਅਦ ਦੇ ਵਿੱਚ ਫਿਰ ਤੁਸੀਂ 3 ਮਹੀਨੇ ਇਹਦੇ ਤੇ ਅੱਡੀਆਂ ਚੱਕ ਕੇ ਇਹਦਾ ਸਮਰਥਨ ਕਿਉਂ ਕੀਤਾ। ਜਿਹੜਾ ਸਭ ਤੋਂ ਵੱਡਾ ਦੋਸ਼ ਨਵਜੋਤ ਸਿੰਘ ਸਿੱਧੂ ਨੇ ਲਾਇਆ, ਉਹ ਕਹਿੰਦਾ ਵੀ ਬਜ਼ੁਰਗ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀਡੀਓ ਜਾਰੀ ਹੋਇਆ ਸੀ 3 ਸਤੰਬਰ 2020 ਨੂੰ। ਅੱਜ 15 ਸਤੰਬਰ 2021 ਆ ਗਿਆ। 1 ਸਾਲ ਤੋਂ ਵੀ ਤਕਰੀਬਨ 12 ਦਿਨ ਉੱਪਰ ਲੰਘ ਗਏ। 1 ਸਾਲ 12 ਦਿਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਉਹਦਾ ਕੋਈ ਵਿਰੋਧ ਨਹੀਂ ਕੀਤਾ। ਉਦੋਂ ਬਾਅਦ ਇਹਦਾ ਮਤਲਬ ਬਾਦਲ ਸਾਹਿਬ ਆਪਣੇ ਸਟੈਂਡ ਤੇ ਕਾਇਮ ਨੇ। ਜਿਹੜਾ ਉਹਨਾਂ ਨੇ ਉਸ ਵੇਲੇ ਇੱਕ ਹੋਰ ਦੋਸ਼ ਲਾਤਾ ਉਹਨਾਂ ਨੇ, ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਹੋ ਗਈਆਂ, ਇਹ ਤਾਂ ਇੱਕ ਡਰਾਮਾ ਕੀਤਾ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਣ ਦਾ, ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਫੇਰ ਚੋਣਾਂ ਤੋਂ ਬਾਅਦ ਇਕੱਠੇ ਹੋ ਜਾਣਾ, ਕਿਉਂਕਿ ਇਹਨਾਂ ਦਾ 9 ਮਾਸ ਦਾ ਰਿਸ਼ਤਾ ਤੇ ਬਾਦਲ ਸਾਹਿਬ ਦਾ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਸੀ ਉਹਦੇ ਵਿੱਚ ਕੋਈ ਤਲਾਕ ਨਹੀਂ ਪਿਆ। ਇਹ ਉਹਨਾਂ ਦੇ ਨਾਲ ਹੀ ਨੇ। ਇਹ ਅਗਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਡਰਾਮੇਬਾਜ਼ੀ ਕਰਨਗੇ। ਕੁਝ ਨੂੰ ਤਾਂ ਇਹ ਭਾਰਤੀ ਜਨਤਾ ਪਾਰਟੀ ਛਡਾ ਕੇ ਅਕਾਲੀ ਦਲ ਦੀ ਟਿਕਟ ਦੇ ਰਹੇ ਨੇ, ਕਈਆਂ ਨੂੰ BSP ਦੇ ਉੱਤੋਂ ਵੀ ਟਿਕਟਾਂ ਦਬਾ ਦੇਣਗੇ। ਸੋ ਇਹ ਉਹਨਾਂ ਦੇ ਦੋਸ਼ ਨੇ, ਜਿਹਦੇ ਬਾਰੇ ਲੱਗਦਾ ਕਿ ਅਕਾਲੀ ਦਲ ਦਾ ਕੋਈ ਨਾ ਕੋਈ ਨੁਮਾਇੰਦਾ ਅਗਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਦਾ
ਸਪਸ਼ਟੀਕਰਨ ਜੀ ਦੇਵੇਗਾ। ਅਕਾਲੀ ਦਲ ਤੋਂ ਪਹਿਲਾਂ ਢਿੱਲੋਂ ਸਾਹਿਬ ਲੋਕਾਂ ਨੇ ਇਹ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਨੇ ਕਿ ਨਵਜੋਤ ਸਿੰਘ ਸਿੱਧੂ ਵੀ ਤਾਂ ਉਸ ਵੇਲੇ ਬੀਜੇਪੀ ਦੇ ਮੈਂਬਰ ਸੀਗੇ ਜੀ। ਹਾਂ ਬਿਲਕੁਲ ਸੀਗੇ, ਉਹ ਬੀਜੇਪੀ ਦੇ ਮੈਂਬਰ ਸੀਗੇ, ਰਾਜ ਸਭਾ ਦੇ ਮੈਂਬਰ ਸੀਗੇ, ਤਾਂ ਉਹ ਵੀ ਉਸ ਵੇਲੇ ਬੀਜੇਪੀ ਦੇ ਵਿੱਚ ਸੀ ਜਦੋਂ ਇਹ ਸਾਰਾ ਕੁਝ ਪਿਛਲੇ ਸਮੇਂ ਦੇ ਵਿੱਚ। ਹੁਣ ਜਦੋਂ ਉਹ ਬੀਜੇਪੀ ਛੱਡ ਕੇ ਆ ਗਏ ਨੇ, ਪਿਛਲੇ ਸਾਲ ਤਾਂ ਨਹੀਂ ਸੀ, ਪਹਿਲਾਂ ਸੀ 2013 ਦੀ ਜਦੋਂ ਦੀ ਹਾਂ 2013 ਦੀ ਗੱਲ ਹੈ, ਜਦੋਂ 2013 ਸੀ ਉਸ ਵੇਲੇ ਉਹ ਬੀਜੇਪੀ ਦੇ ਵਿੱਚ ਸੀਗੇ। 2016-17 ਚ 16 ਦੇ ਵਿੱਚ ਉਹ 16 ਦੇ ਵਿੱਚ ਛੱਡ ਕੇ ਆਏ ਨੇ ਆਮ ਆਦਮੀ ਪਾਰਟੀ ਤੇ ਜਾਂਦੇ ਜਾਂਦੇ, ਜਦੋਂ ਉੱਥੇ ਦਾਲ ਨਾ ਗਲੀ ਤੇ ਫਿਰ ਕਾਂਗਰਸ ਦੇ ਵਿੱਚ ਆ ਪਹੁੰਚੇ ਜੀ। ਤੇ ਜਦੋਂ ਬੀਜੇਪੀ ਦੇ ਵਿੱਚ ਸੀਗੇ ਉਸ ਵੇਲੇ ਜੇ ਅਕਾਲੀਆਂ ਦੇ ਅਗੇਂਸਟ ਇਸ ਤਰੀਕੇ ਨਾਲ ਬੋਲ ਲੈਂਦੇ ਸਿੱਧੂ ਸਾਹਿਬ ਤਾਂ ਸ਼ਾਇਦ ਤੁਹਾਨੂੰ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਸੀ ਪੈਣੀ ਤੇ ਸ਼ਾਇਦ ਆ ਬਿੱਲ ਨਾ ਹੀ ਆਉਂਦੇ। ਇਹ ਔਰ ਅਰਵਿੰਦਰ ਜੀ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਜਿਹੜਾ ਅੱਜ ਵਿਰੋਧ ਅਕਾਲੀ ਦਲ ਕਰ ਰਿਹਾ। ਜੇ ਆਰਡੀਨੈਂਸਾਂ ਵੇਲੇ ਇਹਨਾਂ ਦਾ ਵਿਰੋਧ ਕੀਤਾ ਹੁੰਦਾ, ਕਈ ਪਾਰਟੀਆਂ ਇਹ ਦੋਸ਼ ਲਾਉਂਦੀਆਂ ਨੇ ਕਿ ਜੇ ਤੁਸੀਂ ਉਦੋਂ ਵਿਰੋਧ ਕਰਦੇ ਹੋ ਸਕਦਾ ਇਹ ਕਾਨੂੰਨ ਦੀ ਸ਼ਕਲ ਲੈਂਦੀ ਹੀ ਨਾ। ਤੁਹਾਡਾ ਭਾਈਵਾਲ ਸੀ, ਭਾਈਵਾਲ ਇੱਕ ਵੀ ਪਾਸੇ ਹੋ ਜਾਵੇ, ਭਾਵੇਂ ਬਹੁਮੱਤਾ ਵੀ ਅੱਜ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਕੋਲੇ ਕੇਂਦਰ ਦੇ ਵਿੱਚ 300 ਤੋਂ ਵੱਧ ਸੀਟਾਂ ਨੇ, ਪਰ ਜੇ 2 ਸੀਟਾਂ ਵੀ ਉਹਨਾਂ ਦੀਆਂ ਖਿਸਕਦੀਆਂ ਭਾਈਵਾਲਾਂ ਦੀਆਂ, ਤਾਂ ਇਸ ਦੇ ਨਾਲ ਅਕਾਲੀ ਦਲ ਜਿਹੜਾ ਸੀਗਾ ਅੱਜ ਵਾਲੀ ਸਥਿਤੀ 'ਚ ਨਹੀਂ ਸੀ ਹੁੰਦਾ। ਅਕਾਲੀ ਦਲ ਸਭ ਤੋਂ ਮੂਹਰੇ ਹੀਰੋ ਵਾਲੀ ਸਥਿਤੀ 'ਚ ਹੋਣਾ ਸੀ, ਕਿਉਂਕਿ ਵੱਧ ਅਧਿਕਾਰਾਂ ਦੀ ਗੱਲ 1973 ਤੋਂ ਜੇ ਚੱਕੀ ਸੀ ਤਾਂ ਅਕਾਲੀ ਦਲ ਨੇ ਚੱਕੀ ਸੀ। ਅੱਜ ਅਕਾਲੀ ਦਲ ਜਿਹੜਾ ਪਿੱਛੇ ਹਟ ਗਿਆ, ਉਹ ਆਪਦੇ ਸਿਧਾਂਤਾਂ ਤੋਂ ਪਰੇ ਹੋ ਗਿਆ, ਜਿਹਦੇ ਕਰਕੇ ਉਹਨਾਂ ਨੂੰ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਜੇ ਉਹ ਆਪਣੇ ਅਕਾਲੀ ਦਲ ਵਾਲੇ ਸਟੈਂਡ ਤੇ ਰਹਿੰਦੇ, ਜਿਹੜੀ 96 ਦੇ ਵਿੱਚ ਉਹਨਾਂ ਨੇ ਪੰਜਾਬੀ ਪਾਰਟੀ ਬਣਾਈ, ਭਾਵੇਂ ਸੱਤਾ ਪ੍ਰਾਪਤ ਹੋ ਗਈ, ਪਰ ਅਕਾਲੀ ਦਲ ਆਪਣੇ ਅਸੂਲਾਂ ਤੋਂ ਭਟਕ ਗਿਆ ਜੀ। ਦੂਜੇ ਪਾਸੇ ਕਿਸਾਨਾਂ ਨੇ ਸੋਨੀਪਤ ਦੇ ਵਿੱਚ ਪ੍ਰਸ਼ਾਸਨ ਨਾਲ ਬੈਠਕ ਕੀਤੀ ਹੈ ਤੇ ਪ੍ਰਸ਼ਾਸਨ ਦੀ ਔਰ ਕਿਸਾਨਾਂ ਦੀ ਆਮੋ ਸਾਹਮਣੇ ਗੱਲ ਇਹ ਹੋ ਰਹੀ ਆ। ਕਿਸਾਨ ਕਹਿੰਦੇ ਕਿ ਅਸੀਂ ਰਸਤਾ ਨਹੀਂ ਰੋਕਿਆ ਤੇ ਪ੍ਰਸ਼ਾਸਨ ਕਹਿੰਦਾ ਭਾਈ ਤੁਸੀਂ ਰਸਤਾ ਛੱਡ ਦਿਓ। ਹਾਂ ਬਿਲਕੁਲ ਇਹ ਗੱਲ ਆ। ਉਹਨਾਂ ਦਾ ਡੀਸੀ ਸੀਗਾ ਸ਼ਾਇਦ ਨਿਤਾਸ਼ ਕੁਮਾਰ ਆ ਉਹਦਾ ਨਾਮ, ਤੇ ਐਸਪੀ ਤੇ ਹੋਰ ਅਧਿਕਾਰੀ ਉਹਦੇ ਵਿੱਚ ਸ਼ਾਮਲ ਸੀ। ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਕੋਈ ਰਸਤਾ ਮਤਲਬ ਰੋਕਿਆ ਹੀ ਨਹੀਂ। ਫਿਰ ਵੀ ਜੇ ਤੁਹਾਨੂੰ ਲੱਗਦਾ ਹੈਗਾ ਕਿ ਅਸੀਂ ਆਪਦੇ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਤੁਹਾਡਾ ਵਿਚਾਰ ਜਿਹੜਾ ਲੈ ਕੇ ਚੱਲਦੇ ਹਾਂ, ਉਸ ਦੇ ਵਿੱਚ ਜਾ ਕੇ ਗੱਲਬਾਤ ਕਰ ਲਈ ਜਾਵੇਗੀ ਔਰ ਅਸੀਂ ਇੱਕ ਪਾਸਾ ਛੱਡਣ ਨੂੰ ਬਿਲਕੁਲ ਤਿਆਰ ਹਾਂ। ਇੱਕ ਪਾਸਾ ਚੱਲਦਾ ਰਹੇ, ਅਸੀਂ ਕਦੇ ਵੀ ਲੋਕਾਂ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ। ਸਥਾਨਕ ਲੋਕਾਂ ਦੀ ਪੂਰੀ ਹਮਾਇਤ ਸਾਡੇ ਨਾਲ ਹੈ। ਅਸੀਂ ਇੱਕ ਪਾਸੇ ਬੈਠੇ ਹਾਂ ਜਾਂ ਡਿਵਾਈਡਰ ਤੇ ਵਿਚਾਲੇ ਬੈਠੇ ਹਾਂ। ਸੋ ਇਹ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਨਾ ਕੋਈ ਮਸਲਾ ਨਿਕਲਣਾ ਚਾਹੀਦਾ। ਅਸਲ ਦੇ ਵਿੱਚ ਇੰਨੀ ਕਾਹਲੀ ਕਿਉਂ ਹੋਈ ਅਰਵਿੰਦਰ ਜੀ? 20 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਹੈ ਇਸੇ ਮਾਮਲੇ ਤੇ ਕਿ ਤੁਸੀਂ ਰਸਤੇ ਨਹੀਂ ਰੋਕ ਸਕਦੇ। ਦੂਜਾ, ਕਿਸਾਨਾਂ ਨੂੰ ਉਹਨਾਂ ਦਾ ਤੁਹਾਡਾ ਜਿਹੜਾ ਵਿਰੋਧ ਕਰਨ ਦਾ ਤਾਂ ਉਹਨਾਂ ਨੂੰ ਮੁਜ਼ਾਹਰਾ ਕਰਨ ਦਾ ਪੂਰਾ ਸੰਵਿਧਾਨ ਹੱਕ ਦਿੰਦਾ, ਉਹਨਾਂ ਨੂੰ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ, ਪਰ ਤੁਸੀਂ ਉਹਨਾਂ ਦੇ ਨਾਲ ਸਹਿਮਤੀ ਕਰਕੇ ਇਹ ਕੰਮ ਲਿਆਓ। ਸੋ ਇਸ ਕਰਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਵੀ ਆ, ਖਾਸ ਕਰ ਹਰਿਆਣੇ ਵਾਲੇ ਨੂੰ, ਕਿ ਇਸ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਉੱਥੇ ਕਿੱਲਾਂ ਗੱਡ ਕੇ ਕੀਤਾ ਸੀ, ਪ੍ਰਸ਼ਾਸਨ ਨੇ ਅਦਾਲਤ ਨੇ ਉਹਦਾ ਨੋਟਿਸ ਵੀ ਲਿਆ ਹੈਗਾ ਕਿ ਤੁਸੀਂ ਇਹਨਾਂ ਕਿਸਾਨਾਂ ਦੇ ਨਾਲ ਬਹਿ ਕੇ ਗੱਲਬਾਤ ਕਰੋ। ਇੰਨਾ ਸਮਾਂ ਹੋ ਗਿਆ, ਇਹ ਸੜਕਾਂ ਤੇ ਬੈਠੇ ਨੇ, ਤੁਸੀਂ ਗੱਲ ਕਿਉਂ ਨਹੀਂ ਸੁਣਦੇ? ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਕੇ ਸਾਡੇ ਕੋਲੇ ਲੈ ਕੇ ਆਓ। ਹੁਣ ਦੇਖਣਾ ਹੋਵੇਗਾ ਕਿ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਸਾਹਿਬ, ਉਹ ਜੇ ਮੋਦੀ ਸਾਹਿਬ ਵਾਲੇ ਪਾਸਿਓਂ ਜਾਂਦੇ ਝਿੜਕ ਮਾਰਦੀ ਆ ਉਹਨਾਂ ਨੂੰ, ਤਾਂ ਉਹ ਸੁਪਰੀਮ ਕੋਰਟ ਪਹੁੰਚਦਾ, ਉਧਰੋਂ ਜੱਜ ਸਾਹਿਬ ਝਿੜਕ ਦਿੰਦੇ ਆ, ਉਹ ਫੇਰ ਮੋਦੀ ਸਾਹਿਬ ਕੋਲੇ ਆ ਜਾਂਦੇ ਨੇ। ਸੋ ਇਸ ਮਾਮਲੇ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਕੋਈ ਦੂਜੇ ਮੁਲਕਾਂ ਦੇ ਕੋਈ ਲੋਕ ਨਹੀਂ ਬੈਠੇ ਹੈਗੇ, ਆਪਣੇ ਮੁਲਕ ਦੇ ਲੋਕ ਨੇ। ਅੰਨਦਾਤਾ ਜਿਹਨੇ ਤੁਹਾਨੂੰ ਆਤਮ ਨਿਰਭਰ ਕੀਤਾ ਹੈਗਾ, ਉਸ ਅੰਨਦਾਤੇ ਨੂੰ ਤੁਸੀਂ ਸੁਣੀ ਨਹੀਂ ਰਹੇ। 21 ਜਨਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। ਢਿੱਲੋਂ ਸਾਹਿਬ, ਮੈਨੂੰ ਇੱਕ ਹੋਰ ਚੀਜ਼ ਲੱਗਦੀ ਹੈ ਕਿ ਰਸਤਾ ਜਦੋਂ ਆਪਾਂ ਵੀ ਦਿੱਲੀ ਗਏ ਹਾਂ, ਕਿਸਾਨਾਂ ਨੇ ਰਸਤਾ ਬਿਲਕੁਲ ਨਹੀਂ ਰੋਕਿਆ ਹੋਇਆ, ਬਲਕਿ ਸਿੰਘੂ ਬਾਰਡਰ ਦੇ ਉੱਤੇ ਜਾ ਕੇ ਸਰਕਾਰ ਨੇ ਅੱਗੇ ਆਪਣੇ ਬੈਰੀਕੇਡ ਲਾ ਕੇ ਪੁਲਿਸ ਖੜਾਈ ਹੋਈ ਆ। ਬਿਲਕੁਲ ਠੀਕ ਹੈ। ਤੇ ਉਹਦੇ ਅੱਗੇ ਫਿਰ ਕਿਸਾਨਾਂ ਨੇ ਸਾਈਡ ਤੇ ਮੰਚ ਲਾ ਲਿਆ, ਪਰ ਜਿਹੜੇ ਕਿਸਾਨ ਨੈਸ਼ਨਲ ਹਾਈਵੇ ਤੇ ਨੇ ਉਹਨਾਂ ਨੇ ਸਾਈਡ ਤੇ ਹੀ ਆਪਣਾ ਡੇਰਾ ਲਾਇਆ ਹੋਇਆ। ਬਿਲਕੁਲ ਜੀ, ਉਹ ਕਹਿੰਦੇ ਸਾਡੇ ਕੋਲੇ ਵੀਡੀਓ 'ਚ ਪਈਆਂ ਨੇ। ਜਦੋਂ 20 ਤਰੀਕ ਨੂੰ ਪੇਸ਼ੀ ਹੋਊਗੀ, ਜਿਹੜੇ ਵਕੀਲਾਂ ਨੇ ਕਿਸਾਨਾਂ ਵੱਲੋਂ ਪੇਸ਼ ਹੋਣਾ ਹੈ, ਉਹ ਜਾ ਕੇ ਦਿਖਾਉਣਗੇ ਵੀ ਰਸਤੇ 'ਚ ਕਿੱਲਾਂ ਇਹਨਾਂ ਨੇ ਗੱਡੀਆਂ, ਕੰਡਿਆਲੀਆਂ ਤਾਰਾਂ ਇਹਨਾਂ ਨੇ ਲਾਈਆਂ, ਤੇ ਜਿਹੜਾ ਬਿਲਕੁਲ ਖਾਈਆਂ ਇਹਨਾਂ ਨੇ ਪੱਟੀਆਂ, ਔਰ ਬੈਰੀਕੇਡ ਲਾ ਕੇ ਆਪਦੀ ਪੁਲਿਸ ਇਹਨਾਂ ਨੇ ਖੜਾਈ ਹੋਈ ਹੈ।
ਹੁਣ ਉਹ ਇਸ ਕਰਕੇ ਬਾਰ-ਬਾਰ ਕਿਸਾਨਾਂ ਦੇ ਨਾਲ ਆਉਂਦੇ ਨੇ ਕਿ ਕਿਸਾਨ ਉਹ ਸਾਰਾ ਕੁਝ ਅਦਾਲਤ 'ਚ ਨਾ ਲੈ ਜਾਣ, ਉਦੋਂ ਪਹਿਲਾਂ ਹੀ ਕਹਿ ਦਈਏ ਵੀ ਸਾਡੀ ਕਿਸਾਨਾਂ ਨਾਲ ਗੱਲ ਨਿਬੜ ਗਈ, ਲਓ ਜੀ ਰਸਤਾ ਖੋਲ੍ਹਤਾ। ਜੀ ਇੱਕ ਹੋਰ ਖਬਰ ਜਿਹੜੀ ਮਾੜੀ ਹੈ ਭਾਰਤੀਆਂ ਲਈ ਉਹ ਆ ਰਹੀ ਹੈ ਕਿ ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ ਨੂੰ GST ਦੇ ਅੰਡਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਦੇ ਲਈ ਸਕੀਮਾਂ ਬਣ ਰਹੀਆਂ ਨੇ, ਮੀਟਿੰਗਾਂ ਹੋ ਰਹੀਆਂ ਨੇ ਤੇ ਐਂ ਜੇ ਜਾਪਦਾ ਆ ਕਿ ਕੇਂਦਰ ਸਰਕਾਰ ਇਸ ਵੇਲੇ ਬਿਲਕੁਲ ਨੰਗ ਹੋ ਕੇ ਬੈਠੀ ਹੈ ਕਿ ਭਾਈ ਹੁਣ ਤਾਂ ਕਿਸੇ ਵੀ ਤਰੀਕੇ ਅਸੀਂ ਲੋਕਾਂ ਤੋਂ ਪੈਸੇ ਕਢਾ ਲਈਏ, ਦੇਸ਼ ਚਲਾਉਣਾ ਆ। ਨਹੀਂ, ਇਹਦੇ 'ਚ ਨਾ ਇਸ ਤਰ੍ਹਾਂ ਅਰਵਿੰਦਰ ਜੀ ਇੱਕ ਪਟੀਸ਼ਨ ਪਾਈ ਹੈ, ਜਨਹਿਤ ਪਟੀਸ਼ਨ ਕੇਰਲ ਹਾਈ ਕੋਰਟ ਦੇ ਵਿੱਚ। ਉਹ ਕੇਰਲ ਹਾਈ ਕੋਰਟ ਦੇ ਜੱਜ ਸਾਹਿਬ ਨੇ ਇਹਨਾਂ ਤੋਂ ਜਵਾਬ ਮੰਗਿਆ ਕਿ ਆਓ ਦੱਸੋ ਆ ਕੇ ਕਿ ਤੁਸੀਂ ਇੰਨਾ ਮਹਿੰਗਾ ਸਿਸਟਮ ਕਿਉਂ ਕੀਤਾ ਹੋਇਆ ਹੈ। ਜਦੋਂ ਇਹ ਕਿਹਾ ਗਿਆ ਕਿ ਇੱਕ ਦੇਸ਼ ਇੱਕ ਟੈਕਸ, ਤਾਂ ਜਦੋਂ ਇਹ GST ਦੇ ਘੇਰੇ 'ਚ ਆਏਗਾ, GST ਦਾ ਘੇਰਾ ਹੈਗਾ ਵੱਧ ਤੋਂ ਵੱਧ 28%, ਇਹ ਲੱਗਦਾ 110%। ਤਾਂ ਜੇ ਇਹਨੂੰ GST ਦੇ ਘੇਰੇ 'ਚ ਲੈ ਆਉਂਦੇ ਨੇ, ਇੱਕ ਤਾਂ ਸਟੇਟਾਂ ਦਾ ਵੈਟ ਖਤਮ ਹੋ ਜਾਏਗਾ, ਦੂਜਾ ਇਹਨਾਂ ਨੇ ਜਿਹੜਾ ਆਬਕਾਰੀ ਵਿਭਾਗ ਆ 32 ਰੁਪਏ 33 ਰੁਪਏ ਪ੍ਰਤੀ ਬੈਰਲ ਭਾਅ ਆ ਕੱਚੇ ਤੇਲ ਦਾ, ਉਹਦੇ ਤੇ 34-35 ਰੁਪਏ ਕੇਂਦਰ ਗਰਾਉਂਦਾ ਹੈ ਤੇ 25 ਤੋਂ ਲਗਭਗ ਉਹ ਸਟੇਟਾਂ ਗਰਾ ਰਹੀਆਂ ਨੇ। ਜੇ ਇਹ GST ਦੇ ਘੇਰੇ 'ਚ ਆ ਗਿਆ ਤਾਂ ਇਹਨਾਂ ਨੂੰ ਕੀਮਤ ਘਟਾਉਣੀ ਪਏਗੀ। 1,10,000 ਕਰੋੜ ਰੁਪਈਆ ਇਹਨਾਂ ਨੇ GST ਤੋਂ ਇਕੱਠਾ ਕਰ ਲਿਆ, ਪੈਟਰੋਲ ਦੇ ਵੈਟ ਤੋਂ ਕੇਂਦਰ ਸਰਕਾਰ ਨੇ ਇਕੱਠਾ ਕਰ ਲਿਆ, ਐਕਸਾਈਜ਼ ਡਿਊਟੀ ਲਾ ਕੇ, ਆਬਕਾਰੀ ਡਿਊਟੀ ਲਾ ਕੇ। ਸੋ ਉਹ ਮਾਨਯੋਗ ਅਦਾਲਤ ਕੇਰਲ ਨੇ ਜਿਹੜੀ ਉੱਚ ਅਦਾਲਤ ਆ ਉਹਨਾਂ ਦੀ ਉਹਨੇ ਪੁੱਛਿਆ, ਇਸੇ ਕਰਕੇ ਇਹਨਾਂ ਨੇ ਹੁਣ 17 ਤਰੀਕ ਨੂੰ ਲਖਨਊ ਦੇ ਵਿੱਚ ਸਾਰੇ ਭਾਰਤ ਦੇ, ਇੱਕ ਤਾਂ ਵਿੱਤ ਮੰਤਰੀ ਕੇਂਦਰ ਵਾਲੇ ਜਾਣਗੇ, ਭਾਵੇਂ ਉਹਨਾਂ ਦੇ ਨਾਲ ਦੂਜੇ ਜਿਹੜੇ ਰਾਜ ਮੰਤਰੀ ਨੇ, ਔਰ ਸਾਰੇ ਰਾਜਾਂ ਦੇ ਵਿੱਤ ਮੰਤਰੀ ਇਹ ਉਸ ਬੈਠਕ ਦੇ ਵਿੱਚ ਇਕੱਠੇ ਹੋ ਰਹੇ ਨੇ, ਜਿੱਥੇ ਸਭ ਤੋਂ ਵੱਡਾ ਏਜੰਡਾ ਇਹ ਹੈ। ਇਹ ਫੇਰ ਉਹੀ ਗੱਲ ਆ ਗਈ ਕਿ ਜੇ ਰਸਤੇ ਵਾਲੇ ਮਾਮਲੇ ਦੇ ਵਿੱਚ ਤਾਂ ਜਿਹੜਾ ਸਰਵਉੱਚ ਅਦਾਲਤ ਸੁਪਰੀਮ ਕੋਰਟ ਦਾ ਡੰਡਾ ਹੈ ਉਹਦੇ ਕਰਕੇ ਤੁਰੇ ਨੇ, ਤੇ ਜੇ ਆ GST 'ਚ ਲਿਆਉਣ ਲੱਗੇ ਨੇ। ਹੁਣ ਤੱਕ ਤਾਂ ਸਾਰੀਆਂ ਵਿਰੋਧੀ ਧਿਰਾਂ ਨੇ ਕਿਹਾ ਕਿ ਵੀ ਜਦੋਂ ਤੁਸੀਂ ਸਾਰੇ ਦੇਸ਼ ਵਾਸਤੇ ਇੱਕ ਸਟਰਕਚਰ ਬਣਾਤਾ ਤਾਂ ਉਹਦੇ ਹੇਠ ਕਿਉਂ ਨਹੀਂ ਲਿਆਉਂਦੇ, ਇਹਨੂੰ ਵੱਖਰਾ ਕਿਉਂ ਰੱਖਿਆ ਹੋਇਆ। ਜੇ ਉਹਦੇ ਹੇਠ ਆਵੇਗਾ ਇਹਦੀ ਕੀਮਤ ਘਟੇਗੀ, ਦੂਜਾ ਰਾਜਾਂ ਨੂੰ ਇਹਦਾ ਸਭ ਤੋਂ ਵੱਧ ਅਸਰ ਪਵੇਗਾ ਜਿਨ੍ਹਾਂ ਨੇ ਸਿੱਧੇ ਰੂਪ ਦੇ ਵਿੱਚ ਵੈਟ ਲਾਇਆ ਵਾ। ਜਦੋਂ ਇਹ ਆ ਗਿਆ ਫਿਰ ਜਿਹੜਾ GST ਹੈ ਉਹ ਕੇਂਦਰ ਦੀ ਮਰਜ਼ੀ ਹੈ ਇਕੱਠਾ ਕਰਕੇ ਇਹਨਾਂ ਨੂੰ ਕਦੋਂ ਕੁ ਵਾਪਸ ਦਿੰਦੇ ਨੇ। ਇਹ 17 ਤਰੀਕ ਦੀ ਮੀਟਿੰਗ ਦੇ ਵਿੱਚ ਤੈਅ ਹੋਵੇਗਾ, ਕਿਉਂਕਿ ਕੇਰਲ ਦੀ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਜਾ ਕੇ ਜਵਾਬ ਦੇਣਾ ਇਹਨਾਂ ਨੇ। ਜੀ ਬਿਲਕੁਲ, ਮੈਨੂੰ ਇਹੀ ਲੱਗਦਾ ਹੈ ਕਿ ਇਸ ਵੇਲੇ ਜਿਹੜੀਆਂ ਸਰਕਾਰਾਂ ਨੇ ਜੀ ਜਿਸ ਤਰੀਕੇ ਨਾਲ ਟੈਕਸ ਲਾ ਰਹੀਆਂ ਨੇ, ਚਾਹੇ ਰਾਜ ਸਰਕਾਰਾਂ ਨੇ ਚਾਹੇ ਕੇਂਦਰ ਸਰਕਾਰਾਂ ਨੇ, ਸੋ ਉਹ ਗੱਲ ਤਾਂ ਉਹੀ ਹੈ ਕਿ ਭੁੱਖੇ ਬਘਿਆੜ ਵਾਲੀ ਗੱਲ ਆ ਕਿ ਭਾਈ ਜਿੰਨਾ ਮਰਜ਼ੀ ਚੁੰਡ ਲਓ, ਆਪਣੇ ਦੇਸ਼ ਵਾਸੀਆਂ ਨੂੰ ਹੀ ਚੁਣਨਾ ਆ। ਸੋ ਇਸ ਚੀਜ਼ ਦੇ ਉੱਤੇ ਜੇ ਨੱਥ ਪੈ ਜਾਵੇ ਤਾਂ ਸ਼ਾਇਦ ਦੇਸ਼ ਵਾਸੀਆਂ ਨੂੰ ਫਾਇਦਾ। ਬਿਲਕੁਲ ਜੀ, ਬਿਲਕੁਲ ਪੁਰਾਣੀ ਕਹਾਵਤ ਵੀ ਯਾਰ ਪਹਿਲਾਂ ਮੈਂ ਕਹਿਤਾ ਸੀ ਕਿ ਨੁਕਸਾਨ ਹੋਊਗਾ, ਫਾਇਦਾ ਹੋਊਗਾ ਜੀ ਜੇ GST ਦੇ ਅੰਡਰ ਆ ਜਾਂਦੇ। ਇਹ ਤਾਂ ਉਹ ਪੁਰਾਣੀ ਕਹਾਵਤ ਆ ਨਾ ਜੀ, ਕਹਿੰਦਾ ਭੁੱਖਾ ਸ਼ੇਰ ਬੋਝੇ ਜਗਾਜਰਾਂ। ਜੀ ਬਿਲਕੁਲ। ਸੋ ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਦੇ ਸੰਕਟ ਬਾਰੇ ਰਿਪੋਰਟ ਸਪੀਕਰ ਸਾਹਿਬ ਨੂੰ ਪੇਸ਼ ਕੀਤੀ ਹੈ ਜੀ। ਹਾਂਜੀ, ਇਹ ਨਾ ਜੀ ਇੱਕ 6 ਮੈਂਬਰੀ ਕਮੇਟੀ ਬਣਾਈ ਗਈ ਸੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ। ਇਹ ਕਮੇਟੀ ਜਿਹੜੀ ਹੈ ਉਹ ਪਿੱਛੇ ਬਣੀ ਸੀਗੀ। ਉਹਦੇ ਵਿੱਚ ਹਰਪ੍ਰਤਾਪ ਸਿੰਘ ਅਜਨਾਲਾ ਆਮ ਆਦਮੀ ਪਾਰਟੀ ਤੋਂ ਮੀਤ ਹੇਅਰ, ਡਾਕਟਰ ਰਾਜ ਕੁਮਾਰ ਚੱਬੇਵਾਲ, ਗੁਰਪ੍ਰਤਾਪ ਸਿੰਘ ਜਿਹੜੇ ਨੇ ਬਡਾਲਾ, ਤੇ ਜਿਹੜੇ ਜਲ ਸਰੋਤ ਵਿਭਾਗ ਦੇ ਸੀਨੀਅਰ IAS ਅਧਿਕਾਰੀ ਨੇ ਸਰਬਜੀਤ ਸਿੰਘ। ਉਹ ਸਾਰੇ 6 ਤਾਂ ਮੈਂਬਰ ਸੀ ਇਹਨਾਂ ਤੋਂ ਵਿਧਾਇਕਾਂ 'ਚੋਂ, ਤੇ 7ਵੇਂ ਜਿਹੜੇ ਸਰਦਾਰ ਸਰਬਜੀਤ ਸਿੰਘ ਸੀਨੀਅਰ IAS ਅਧਿਕਾਰੀ ਨੇ ਉਹ ਇਹਨਾਂ ਦੇ ਨਾਲ ਸਹਿਯੋਗ ਦੇਣ ਵਾਸਤੇ ਜਿਹੜੇ ਅਟੈਚ ਕੀਤੇ ਸੀ। ਹੁਣ ਇਸ ਕਮੇਟੀ ਨੇ ਜਿਹੜਾ ਤੱਥ ਕੱਢੇ ਨੇ, ਹਾਲਾਂਕਿ ਬਹੁਤ ਚਿਰ ਤੋਂ ਅਸੀਂ ਵੀ ਲਿਖਦੇ ਆ ਰਹੇ ਹਾਂ, ਮੈਂ 2000 ਤੋਂ ਲਿਖਦਾ ਆ ਰਿਹਾ ਸੀਗਾ ਕਿ ਅਗਲੇ 25-30 ਸਾਲਾਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਉਹ ਰੇਗਿਸਤਾਨ ਬਣ ਜਾਏਗਾ। ਕਈ ਅਖਬਾਰਾਂ ਨੇ ਇਹ ਵੀ ਸਵਾਲ ਚੱਕਿਆ ਕਿ ਅਗਲਾ ਵਿਸ਼ਵ ਯੁੱਧ ਪਾਣੀ ਦੇ ਆਧਾਰ ਤੇ ਹੋਵੇਗਾ। ਇਹ ਹੁਣ ਤੱਕ ਚੁੱਪ ਰਹੇ, ਅੱਖਾਂ ਮੀਚ ਕੇ ਸੁੱਤੇ ਰਹੇ। ਆਹ ਜਿਹੜੀ ਕਮੇਟੀ ਨੇ ਰਿਪੋਰਟ ਸੌਂਪੀ ਹੈ ਉਹ ਵੀ ਬੜੀ ਹੈਰਾਨੀਜਨਕ ਹੈ ਕਿ ਪੰਜਾਬ ਦੇ 142 ਬਲਾਕਾਂ ਚੋਂ ਅਰਵਿੰਦਰ ਜੀ 110 ਬਲਾਕਾਂ ਦਾ ਪਾਣੀ ਹੈ ਜਿਹੜਾ ਉਹ 300 ਫੁੱਟ ਤੋਂ ਵੀ ਨੇੜੇ ਚਲਿਆ ਗਿਆ।
ਕਈ ਅਜਿਹੇ ਨੇ ਜਿਨ੍ਹਾਂ ਤੇ 500 ਤੋਂ ਵੀ ਉੱਪਰ ਹੈ। ਉੱਥੇ ਝੋਨਾ ਲਾਉਣ ਦੀ ਮਨਾਹੀ ਹੈ, ਟਿਊਬਵੈੱਲ ਲਾਉਣ ਦੀ ਮਨਾਹੀ ਹੈ, ਪਰ ਇਹਨਾਂ ਨੇ ਕਿੰਨਾ ਕੁ ਰੋਕਿਆ ਜੀ, ਕਿਸੇ ਨੂੰ ਨਹੀਂ ਰੋਕਿਆ ਹੈਗਾ। ਸੋ ਇਸ ਕਰਕੇ ਜਿਹੜਾ ਇਹ ਲਗਾਤਾਰ ਪਾਣੀ, ਕੋਈ ਇਹ ਜਿਹੜੇ 110 ਬਲਾਕ ਨੇ ਇਹਨਾਂ ਨੂੰ ਡਾਰਕ ਜ਼ੋਨ ਦੇ ਵਿੱਚ ਪਾਇਆ ਗਿਆ। ਇਹਦਾ ਮਤਲਬ ਬਾਕੀ ਤਾਂ ਫਿਰ ਸਾਰੇ ਜਿਹੜੇ ਆ 32 ਜ਼ੋਨ ਹੀ ਰਹਿ ਗਏ, ਜਿਹੜੇ ਨਾਰਮਲ ਨੇ। ਉਹਨਾਂ ਦੇ ਵਿੱਚੋਂ ਕੁਝ ਉਹ ਨੇ ਲੰਬੀ ਵਾਲੇ ਪਾਸੇ, ਅਬੋਹਰ, ਲੰਬੀ, ਫਾਜ਼ਿਲਕਾ, ਜਿੱਧਰ ਸੇਮ ਆਈ ਵੀ ਹੈ, ਉਹ ਉੱਪਰਲੇ ਪਾਸੇ ਹੈਗੇ ਨੇ। ਬਾਕੀ ਸਾਰੇ ਪਾਣੀ ਜਿਹੜਾ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ। ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜਿਹੜੇ ਖੇਤੀਬਾੜੀ ਵਿਭਾਗ ਦੇ ਵੀ ਮੁਖੀ ਨੇ, ਮੰਤਰਾਲਾ ਉਹਨਾਂ ਕੋਲੇ ਹੈ, ਇਹ ਸੋਚਣ ਦੀ ਜ਼ਰੂਰਤ ਹੈ ਕਿ ਕਣਕ ਝੋਨੇ ਤੋਂ ਸਾਡਾ ਖਹਿੜਾ ਕਦੋਂ ਛਡਾਉਣਾ। ਇਸ ਸਬੰਧ ਦੇ ਵਿੱਚ ਕੌਮੀ ਪੱਧਰ ਤੇ ਕੋਈ ਨੀਤੀ ਬਣੇ ਜਿਹਦੇ ਨਾਲ ਕਿਸਾਨ ਬਦਲਵੀਆਂ ਫਸਲਾਂ ਬੀਜਣ ਤੇ ਉਹਨਾਂ ਨੂੰ ਵਾਜਬ ਮੁੱਲ ਮਿਲੇ। ਕਿਸਾਨਾਂ ਨੇ ਟਮਾਟਰ ਬੀਜਿਆ, ਰੂੜੀਆਂ ਤੇ ਸਿੱਟਣਾ ਪਿਆ। ਕਿਸਾਨਾਂ ਨੇ ਆਲੂ ਬੀਜਿਆ ਤਾਂ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਲਿਖ ਕੇ ਲਾਤਾ। ਜਦੋਂ ਆਲੂ ਬਹੁਤ ਜ਼ਿਆਦਾ ਹੋਇਆ, 45 ਰੁਪਏ ਕੋਲਡ ਸਟੋਰ ਦਾ ਭਾਅ ਸੀ ਤੇ 20 ਰੁਪਏ ਬੋਰੀ ਆਲੂਆਂ ਦੀ ਵਿਕਦੀ ਸੀ, ਤਾਂ ਉਹਨਾਂ ਨੇ ਸੜਕਾਂ ਤੇ ਸੁੱਟਤਾ। ਜਦੋਂ ਕਿਸਾਨ ਦਾ ਭਾਅ ਇਸ ਤਰ੍ਹਾਂ ਆਉਂਦਾ, ਤੁਸੀਂ ਪਰਸੋਂ ਚੌਥੇ ਵੀ ਮੇਰੇ ਨਾਲ ਗੱਲ ਕੀਤੀ ਸੀ ਸੇਬਾਂ ਦੀ, ਹਿਮਾਚਲ ਦੇ ਸੇਬਾਂ ਦੀ, ਉਹਨਾਂ ਦੀ ਸਥਿਤੀ ਵੀ ਉਸ ਤਰ੍ਹਾਂ ਦੀ ਬਣੀ ਵੀ ਹੈ। ਉਹਨਾਂ ਤੋਂ 10-20 ਰੁਪਏ ਜਾਂ 52 ਰੁਪਏ ਖਰੀਦ ਕੇ ਉਹੀ ਸੇਬ ਮਾਰਕੀਟ ਦੇ ਵਿੱਚ 250 ਰੁਪਏ ਵੇਚਿਆ ਜਾ ਰਿਹਾ ਹੈ। ਸੋ ਜਦੋਂ ਤੱਕ ਕੇਂਦਰ ਸਰਕਾਰ ਇਹ 4-5 ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਬਾਕੀ ਕਿਸਾਨਾਂ ਬਾਰੇ ਨਹੀਂ ਸੋਚਦੀ, ਉਦੋਂ ਸਾਨੂੰ ਕੋਈ ਨੀਤੀ ਬਣਾਉਣੀ ਪਵੇਗੀ ਕਿ ਅਸੀਂ ਕੋਈ ਫਸਲ ਕਿੰਨੀ ਕੁ ਉਗਾਈਏ ਤਾਂ ਕਿ ਉਹਦੀ ਖਪਤ ਹੋ ਸਕੇ। ਖਪਤ ਤੇ ਉਤਪਾਦਨ ਦਾ ਬਹੁਤ ਵੱਡਾ ਫਰਕ ਹੈ, ਜਿਹਨੂੰ ਮੇਟਿਆ ਅਜੇ ਤੱਕ ਨਹੀਂ ਜਾ ਰਿਹਾ, ਜਿਹਦੇ ਕਰਕੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਸੜਕਾਂ ਤੇ ਸੁੱਟਣੀਆਂ, ਰੋਲਣੀਆਂ ਪੈ ਰਹੀਆਂ ਨੇ। ਜੀ, ਇੱਕ ਹੋਰ ਬੜੀ ਰੋਚਕ ਖਬਰ ਦਿੱਲੀ ਪੁਲਿਸ ਨਾਲ ਸੰਬੰਧਿਤ ਹੈ। ਚਾਰਜ ਸ਼ੀਟ ਦੇ ਵਿੱਚ ਦਿੱਲੀ ਪੁਲਿਸ ਕਹਿੰਦੀ ਆ ਕਿ ਨਵੰਬਰ, ਦਸੰਬਰ 2020 ਤੇ ਜਨਵਰੀ 2021 ਦੇ ਵਿੱਚ ਪੰਜਾਬ ਤੇ ਹਰਿਆਣਾ 'ਚ ਟਰੈਕਟਰਾਂ ਦੀ ਵਿਕਰੀ ਬਹੁਤ ਜ਼ਿਆਦਾ ਵਧੀ ਹੈ। ਇਸ ਕਰਕੇ ਇਹ ਸਾਰਾ 26 ਜਨਵਰੀ ਦਾ ਟਰੈਕਟਰ ਮਾਰਚ ਇੱਕ ਛੜਯੰਤਰ ਸੀ, ਗਿਣੀ ਮਿੱਥੀ ਸਾਜ਼ਿਸ਼ ਸੀ, ਉਹ ਕਹਿੰਦੇ ਆ ਜੀ। ਦੇਖੋ, ਉਹਨਾਂ ਨੇ ਜੋ ਮਰਜ਼ੀ ਕਹੀ ਜਾਣ, ਉਹ ਸਾਜ਼ਿਸ਼ ਰਚਨ ਕਿਉਂ ਦਿੱਤੀ? ਉਹਨਾਂ ਦਾ ਖੁਫੀਆ ਤੰਤਰ ਕਿੱਥੇ ਲੁਕਿਆ ਬੈਠਾ ਸੀਗਾ, ਜਿਨ੍ਹਾਂ ਨੇ ਰਿਪੋਰਟ ਉਹਦੇ ਮਾਮਲੇ 'ਚ ਨਹੀਂ ਦਿੱਤੀ। ਸੋ ਰਵਿੰਦਰ ਜੀ, ਇਹ ਕਹਿਣਾ ਇੱਕ ਹੈ, ਪਰ ਹੈਰਾਨੀ ਇਹ ਹੈ ਕਿ ਜਿਹੜੇ ਮਹੀਨੇ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਟਰੈਕਟਰਾਂ ਦੀ ਵਿਕਰੀ 93.40% ਵਧੀ ਹੈ ਜੀ। 90% ਤੋਂ ਵੱਧ ਟਰੈਕਟਰ ਖਰੀਦੇ ਜਾਣੇ ਇੱਕ ਬਹੁਤ ਵੱਡਾ ਅੰਕੜਾ ਹੈਗਾ। ਇਹੋ ਕਾਰਨ ਹੈ ਕਿ ਯੂਪੀ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ, 3300 ਟੋਟਲ ਉਮੀਦਵਾਰ ਸੀ, ਉਹਦੇ ਵਿੱਚੋਂ 1135 ਦੇ ਕਰੀਬ ਜਿਨ੍ਹਾਂ ਦਾ ਟਰੈਕਟਰ ਚੋਣ ਨਿਸ਼ਾਨ ਸੀ, ਆਜ਼ਾਦ ਉਮੀਦਵਾਰ ਜਿੱਤ ਗਏ ਤੇ ਭਾਰਤੀ ਜਨਤਾ ਪਾਰਟੀ ਨੂੰ ਮਿਲੀਆਂ 683। ਉਹਨਾਂ ਨਾਲੋਂ ਵੱਧ ਉਹਨਾਂ ਦੀ ਗਿਣਤੀ। ਇਸ ਕਰਕੇ ਟਰੈਕਟਰ ਬਹੁਤ ਵੱਡਾ ਹਰਮਨ ਪਿਆਰਾ ਹੋ ਗਿਆ। ਕਿਤੇ ਇਹ ਨਾ ਹੋਵੇ 2024 ਦੇ ਵਿੱਚ ਇਹ ਜਿਹੜੇ ਵੱਡੇ ਸੁਪਨੇ ਲਈ ਬੈਠੇ ਨੇ, ਇਹ ਟਰੈਕਟਰ ਦਾ ਚੋਣ ਨਿਸ਼ਾਨ ਇਹਨਾਂ ਨੂੰ ਦੇਸ਼ ਨਿਕਾਲਾ ਕਰਾ ਦੇਵੇ। ਸੋ ਟਰੈਕਟਰਾਂ ਦਾ ਲਗਾਤਾਰ ਵਧਣਾ, ਨਵੰਬਰ 19 ਦੇ ਵਿੱਚ ਜਿੱਥੇ 740 ਇਹਨਾਂ 2 ਰਾਜਾਂ ਦੇ ਵਿੱਚ ਟਰੈਕਟਰ ਵਿਕੇ, ਉੱਥੇ ਦਸੰਬਰ 20 ਤੱਕ ਇਹੀ ਗਿਣਤੀ 1530 ਹੋ ਗਈ। ਇੱਕ ਬੜਾ ਵੱਡਾ ਅੰਕੜਾ। ਇਹਦਾ ਮਤਲਬ ਕਿਸਾਨਾਂ ਦੇ ਸੰਘਰਸ਼ ਕਾਰਨ ਟਰੈਕਟਰ ਦਾ ਜਿਹੜਾ ਹਰਮਨ ਪਿਆਰਤਾ ਸੀ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਕਿਤੇ ਅੱਗੇ ਵੱਧ ਗਈ। ਜੋ ਕਿਸਾਨਾਂ, ਆਪਾਂ ਕਹਿ ਸਕਦੇ ਹਾਂ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਿੱਥੇ ਆਪਸੀ ਭਾਈਚਾਰਾ, ਜਾਗਰੂਕਤਾ ਤੇ ਨਾਲ ਟਰੈਕਟਰਾਂ ਦੀ ਜਿਹੜੀ ਗਿਣਤੀ ਵਧੀ ਹੈ, ਇਹਦਾ ਸਿਹਰਾ ਵੀ ਕਿਸਾਨੀ ਸੰਘਰਸ਼ ਦੇ ਸਿਰ ਤੇ ਜਾਂਦਾ ਹੈ। ਇਹਦੇ ਨਾਲ ਹੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਖਬਰ ਆ ਕਿ ਇੱਕ ਸਰਪੰਚ ਨੇ ਤੇ ਕੁਝ ਪੰਚਾਂ ਨੇ ਭਾਜਪਾ ਜੁਆਇਨ ਕੀਤੀ ਹੈ, ਭਾਰਤੀ ਜਨਤਾ ਪਾਰਟੀ, ਤੇ ਪਿੰਡ ਵਾਲਿਆਂ ਨੇ ਉਹਨਾਂ ਦਾ ਬਾਈਕਾਟ ਕੀਤਾ ਆ ਜੀ। ਇਹ ਪਿੰਡ ਹੈਗਾ ਜੀ ਚੰਨਨਵਾਲ। ਜਦੋਂ ਬਰਨਾਲੇ ਤੋਂ ਅਸੀਂ ਜਾਂਦੇ ਆਗੇ ਇੱਧਰ ਨੂੰ ਅੰਦਰ ਖਾਤੇ ਬਰਨਾਲਾ, ਬਰਨਾਲੇ ਤੋਂ ਰਾਏਸਰ ਤੋਂ ਬੀਲਾ, ਉਸ ਰਸਤੇ ਦੇ ਵਿੱਚ ਪਹਿਲਾ ਪਿੰਡ ਚੰਨਨਵਾਲ ਆਉਂਦਾ, ਬਰਨਾਲੇ ਤੋਂ ਤਕਰੀਬਨ 4-5 ਕਿਲੋਮੀਟਰ ਹੈ। ਕਿਹਾ ਜਾ ਰਿਹਾ ਹੈ ਕਿ ਉੱਥੇ ਪੰਚ ਤੇ ਸਰਪੰਚ, ਕੁਝ ਪੰਚ ਨੇ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਕਬੂਲ ਕਰ ਲਈ। ਉਹਨਾਂ ਦੇ ਪਿੰਡ ਵੜਨ ਤੋਂ ਪਹਿਲਾਂ ਕਿਸਾਨਾਂ ਨੇ ਸਾਰੇ ਜਿਹੜੇ ਆ ਨਾਕੇ ਲਾਤੇ ਆਸੇ-ਪਾਸੇ ਦੇ ਖੇਤਰਾਂ 'ਚ, ਔਰ ਕਿਹਾ ਵੀ ਸਾਡੇ ਪਿੰਡ 'ਚ ਵੜਿਓ ਨਾ, ਔਰ ਉਹਨਾਂ ਦਾ ਸਮਾਜਿਕ ਤੌਰ ਤੇ ਮੁਕੰਮਲ ਬਾਈਕਾਟ ਸਾਰੇ ਪਿੰਡ ਨੇ ਕਰਤਾ ਕਿ ਇਹ ਸਰਪੰਚ
ਤੇ ਇਹ ਪੰਚ ਸਾਹਿਬ ਸਾਡੇ ਕੁਝ ਨਹੀਂ ਲੱਗਦੇ, ਨਾ ਅਸੀਂ ਇਹਨਾਂ ਨਾਲ ਵਰਤਣਾ ਹੈ, ਨਾ ਅਸੀਂ ਇਹਨਾਂ ਦੇ ਕੋਲ ਜਾਣਾ ਹੈ। ਇਹ ਚੀਜ਼ਾਂ ਭਾਰਤੀ ਜਨਤਾ ਪਾਰਟੀ ਦੀ ਸਵਾਈ ਲੀਡਰਸ਼ਿਪ ਨੂੰ ਆਪਦੀ ਕੇਂਦਰੀ ਲੀਡਰਸ਼ਿਪ ਤੱਕ ਲੈ ਕੇ ਜਾਣਾ ਚਾਹੀਦਾ ਹੈ। ਕੱਲ ਹੀ ਇੱਕ ਇਹਨਾਂ ਦਾ ਆਗੂ ਆ ਹਰਪਾਲ ਸਿੰਘ ਸ਼ਾਇਦ ਗੁਰਦਾਸਪੁਰ ਤੋਂ, ਜਿਹਨੇ ਕਿਹਾ ਸੀ ਕਿ ਮੈਂ ਕਿਸਾਨਾਂ ਦੇ ਸਿਰ ਭੰਨ ਦਿਆਂਗਾ, ਫਲਾਨਾ ਕਰ ਦਿਆਂਗਾ, ਢਿਮਕਾ ਕਰ ਦਿਆਂਗਾ। ਜਦੋਂ ਕਿਸਾਨਾਂ ਨੇ ਆਖਿਆ ਕਿ ਇੱਕ ਇਸ਼ਾਰੇ ਨਾਲ ਅਸੀਂ ਸਹੁੰ ਖਾਧੀ ਹੈ ਕਿ ਅਸੀਂ ਬਿਲਕੁਲ ਸ਼ਾਂਤੀਪੂਰਵਕ ਘੋਲ ਕਰਨਾ ਹੈ, ਜੇ ਅਸੀਂ ਇੱਕ ਵੀ ਇਸ਼ਾਰਾ ਕਰ ਦਿੱਤਾ ਤੇ ਤੈਨੂੰ ਨਾਨੀ ਚੇਤੇ ਆ ਜਾਵੇਗੀ। ਇਹ ਬਾਰ-ਬਾਰ ਇਹ ਲੋਕ ਕਿਉਂ ਇਸ ਤਰ੍ਹਾਂ ਦੇ ਕਦਮ ਉਠਾਉਂਦੇ ਨੇ? ਤੇ ਜਿਹੜੇ ਸਰਪੰਚ ਨੇ ਇਹ ਕਦਮ ਉਠਾਇਆ ਚੰਨਨਵਾਲ ਪਿੰਡ ਦੇ ਨੇ, ਉਹਨੂੰ ਸੋਚਣਾ ਚਾਹੀਦਾ ਸੀ। ਪਹਿਲਾਂ ਉਹ ਆਪਣੇ ਪਿੰਡ ਨਾਲ ਰਾਏ ਕਰਦਾ, ਜੇ ਪਿੰਡ ਵਾਲੇ ਉਹਨੂੰ ਕਹਿੰਦੇ ਤਾਂ ਜਾਣਾ ਚਾਹੀਦਾ ਸੀ। ਮੇਰਾ ਖਿਆਲ ਆਪ ਹੁਦਰੀ ਗੱਲਬਾਤ ਦੇ ਨਾਲ ਕੋਈ ਵਿਅਕਤੀਗਤ ਲਾਭ ਹੋਣਾ, ਜਿਹਦੇ ਕਰਕੇ ਉਹਨੇ ਕਿਸਾਨਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਅਡੰਬਰ ਰਚਿਆ। ਇਹ ਗਲਤ ਹੈ। ਤੁਸੀਂ, ਮੈਨੂੰ ਇਉਂ ਲੱਗਦਾ ਅਰਵਿੰਦਰ ਜੀ, ਅਸਲ ਦੇ ਵਿੱਚ ਇੱਕ ਸਾਜ਼ਿਸ਼ ਹੈ। ਕਿਸੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਦਿਸ਼ਾਹੀਨ ਕਰਨਾ ਚਾਹੁੰਦੇ ਨੇ। ਜੇ ਗੁਰਦਾਸਪੁਰ ਦੇ ਵਿੱਚ ਉਹਨੇ ਉਹ ਸ਼ਬਦ ਬੋਲਿਆ, ਦੂਜਾ ਇਹ ਚੰਨਨਵਾਲ ਪਿੰਡ ਦਾ ਆ ਗਿਆ, ਇਹ ਕਿਸਾਨਾਂ ਦੇ ਸ਼ਾਂਤੀਪੂਰਵਕ ਅੰਦੋਲਨ ਵਿੱਚ ਆਪਦੀ ਸਿੰਗੜੀ ਛੇੜ ਕੇ ਪੰਜਾਬ ਦੇ ਵਿੱਚ ਕੋਈ ਵੱਖਰੇ ਤਰ੍ਹਾਂ ਦਾ ਲਾਂਬੂ ਲਾਉਣ ਨੂੰ ਤੁਰੇ ਫਿਰਦੇ ਆ। ਇਸ ਤੋਂ ਬਚਣ ਦੀ ਜ਼ਰੂਰਤ। ਜੀ ਬਿਲਕੁਲ, ਲੱਗਦਾ ਤਾਂ ਇਦਾਂ ਹੀ ਆ ਕਿ ਜਾਂ ਤਾਂ ਕੋਈ ਨਿੱਜੀ ਮਫਾਦ ਹੋਣਗੇ ਜਾਂ ਕੋਈ ਰਾਜਨੀਤੀ ਬਹੁਤ ਡੂੰਘੀ ਹੋਊਗੀ ਇਹਦੇ ਵਿੱਚ, ਜਿਸ ਕਰਕੇ ਅਜਿਹੀਆਂ ਚੀਜ਼ਾਂ ਨੂੰ ਪ੍ਰਚਾਰਿਆ ਵੀ ਬਹੁਤ ਵੱਧ ਜਾਂਦਾ ਆ ਜੀ। ਤੇ ਦੂਜੇ ਪਾਸੇ ਢਿੱਲੋਂ ਸਾਹਿਬ, ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਹੋਣਾ ਨੇ ਬੜੀ ਕਮਾਲ ਦੀ ਗੱਲ ਕਰਤੀ। ਹਾਂਜੀ, ਕਹਿੰਦੇ ਭਾਈ ਸਰਕਾਰ ਨੂੰ ਦੇਸ਼ ਧਰੋਹੀ ਕਰਾਰ ਦਿੱਤਾ ਜਾਵੇ। ਉਹਨਾਂ ਨੇ ਕੋਵਿਡ ਦੇ ਮਾਮਲੇ ਨੂੰ ਲੈ ਕੇ ਕੀਤਾ ਜੀ। ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ, ਉਹ ਕੱਲ ਇੱਕ ਸੈਮੀਨਾਰ ਦੇ ਵਿੱਚ ਬੋਲ ਰਹੇ ਸਨ, ਜਿੱਥੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਮਾਮਲੇ ਨੂੰ ਲੈ ਕੇ ਤੁਹਾਨੂੰ ਕਿਉਂ ਨਾ ਹੈਗਾ ਜਿਹੜਾ ਦੇਸ਼ ਧਰੋਹੀ ਐਲਾਨਿਆ ਜਾਵੇ। ਉਹਨਾਂ ਨੇ ਕਈ ਤਰ੍ਹਾਂ ਦੇ ਤਰਕ ਉੱਥੇ ਦਿੱਤੇ ਨੇ, ਪਰ ਇਹ ਤਰਕ ਜਿਹੜਾ ਗਵਰਨਰ ਸਾਹਿਬ ਵੱਲੋਂ ਦਿੱਤਾ ਗਿਆ ਹੈਗਾ, ਇਹ ਬਹੁਤ ਵੱਡਾ ਹੈ। ਕੇਂਦਰ ਸਰਕਾਰ ਨੂੰ ਇਹਦਾ ਜਵਾਬ ਦੇਣਾ ਬਣਦਾ ਹੈ। ਜੇ ਉਹਨਾਂ ਨੇ ਜਵਾਬ ਨਾ ਦਿੱਤਾ ਤਾਂ ਲੋਕਾਂ ਦੇ ਵਿੱਚ ਜਿਹੜੀ ਗੱਲ ਇਹਨਾਂ ਨੇ ਰਘੂ ਰਾਜਨ ਸਾਹਿਬ ਨੇ ਕਹਿਤੀ ਹੈ ਕਿ ਇਹਨਾਂ ਨੂੰ ਦੇਸ਼ ਧਰੋਹੀ ਦਾ ਦਿੱਤਾ ਜਾਵੇ, ਕਿਉਂ? ਉਹਨਾਂ ਨੇ ਕਿਹਾ ਕਿ ਕੋਵਿਡ ਦੇ ਦੌਰਾਨ ਜਿਹੜਾ ਵੀ ਕੰਮ ਇਹਨਾਂ ਨੇ ਕੀਤਾ ਉਹ ਬਿਨਾਂ ਸੋਚੇ ਸਮਝੇ ਕੀਤਾ, ਜਿਹਦਾ ਖਮਿਆਜਾ ਜਿਹੜਾ ਹੈਗਾ ਉਹ ਸਮੁੱਚਾ ਦੇਸ਼ ਭੁਗਤ ਰਿਹਾ ਹੈ। ਬਿਲਕੁਲ। ਤੇ ਅਖੀਰਲੀ ਖਬਰ ਅੱਜ ਦੀ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜਾ ਪਰਸੋਂ ਬਿਆਨ ਦਿੱਤਾ ਸੀ ਕਿ ਪੰਜਾਬ ਦਾ ਅਰਥਚਾਰਾ ਹਿੱਲ ਰਿਹਾ ਆ ਕਿਸਾਨਾਂ ਕਰਕੇ, ਅੱਜ ਉਹ ਕਹਿੰਦੇ ਨੇ ਕਿ ਇਹ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਕਸਦ ਇਹ ਨਹੀਂ ਸੀ ਕਿ ਕਿਸਾਨ ਅਰਥਚਾਰਾ ਤੋੜ ਰਹੇ ਨੇ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜੋ ਵੀ ਕੁਛ ਜਦੋਂ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ, ਹਰ ਚੀਜ਼ 'ਚ ਉਹਨਾਂ ਦਾ ਸਮਰਥਨ ਕਰ ਰਹੀ ਹੈ, ਤਾਂ ਉਹ ਹਰਿਆਣਾ ਜਾਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ। ਦੇਖੋ, ਮੈਂ ਇੱਕ ਗੱਲ ਕਹਿਣਾ, ਕੈਪਟਨ ਸਾਹਿਬ ਨੇ ਪਹਿਲੀ ਗੱਲ ਤਾਂ ਬੜੀ ਦੇਰ ਬਾਅਦ ਇਹ ਬਿਆਨ ਦਿੱਤਾ ਹੈਗਾ। ਇਹ ਦਿੱਤਾ ਜਾਂ ਦਬਾਇਆ ਗਿਆ ਜਾਂ ਇਹਦੇ ਪਿੱਛੇ ਮਨਸ਼ਾ ਕੀ ਸੀ? ਇਹਦੇ ਜਿਹੜੇ ਵੱਖ-ਵੱਖ ਰਾਜਸੀ ਪਾਰਟੀਆਂ ਨੇ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈ ਉਹ ਅਰਥ ਕੱਢ ਰਹੇ ਨੇ। ਕੈਪਟਨ ਸਾਹਿਬ ਨੇ ਨਾਲ ਅੱਜ ਆਪ ਦਾ ਬਿਆਨ ਦੇ ਵਿੱਚ ਕੁਝ ਤਰਕ ਇਹ ਵੀ ਦਿੱਤੇ ਨੇ ਕਿ ਅਡਾਨੀਆਂ ਦਾ ਕਿੰਨਾ ਸ਼ੇਅਰ ਹੈ ਇੱਥੇ, ਫਲਾਣੇ ਦਾ ਕਿੰਨਾ, ਦੂਜੇ ਦਾ ਕਿੰਨਾ, ਤੀਜੇ ਦਾ ਕਿੰਨਾ, ਕਿ ਜੇ ਇੱਥੇ ਇੰਡਸਟਰੀ ਨਹੀਂ ਲੱਗੇਗੀ ਤਾਂ ਅਸੀਂ ਨੁਕਸਾਨੇ ਜਾਵਾਂਗੇ। ਇੰਨੇ ਧਰਨੇ ਨੇ, ਬੜਾ ਕੁਝ ਉਹਨਾਂ ਨੇ ਗਰਾਉਣ ਦਾ ਯਤਨ ਕੀਤਾ। ਕੱਲ ਹੀ ਸੀ ਵੀ ਉਹ ਜੂ ਟਰਨ ਉਹਨਾਂ ਨੇ ਕੱਲ ਵਾਲੇ ਬਿਆਨ ਤੋਂ ਮਾਰਿਆ। ਜਦੋਂ ਅਸਲ ਦੇ ਵਿੱਚ ਨਾ ਅਰਵਿੰਦਰ ਜੀ, ਰਾਜਸੀ ਲੋਕ ਇੱਕ ਟੀਕਾ ਲਾ ਕੇ ਵੇਖਦੇ ਹੁੰਦੇ ਆ। ਜੇ ਤਾਂ ਉਹ ਟੀਕਾ ਚੱਲ ਜੇ ਫਿਰ ਤਾਂ ਪੌ 12, ਜੇ ਉਹ ਟੀਕੇ ਦੀ ਐਲਰਜੀ ਹੋ ਜੇ ਕਿਸੇ ਨੂੰ, ਆਮ ਤੌਰ ਤੇ ਪੈਨਸਲੀਨ ਵਾਲੀ ਗੱਲ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਪੈਨਸਲੀਨ ਲਾਈ ਜਾਂਦੀ ਸੀ ਨਾ, ਉਹ ਪਹਿਲਾਂ ਸਕਿਨ 'ਚ ਲਾਈ ਜਾਂਦੀ ਸੀ ਵੀ ਜੇ ਕੋਈ ਐਲਰਜੀ ਹੋ ਜੇ, ਉਤਲੀ ਸਕਿਨ 'ਚ ਹੋ ਜੇ, ਬੱਚੇ ਨੂੰ ਕੋਈ ਜਾਂ ਕਿਸੇ ਹੋਰ ਨੂੰ ਉਹਦਾ ਨੁਕਸਾਨ ਨਾ ਹੋਵੇ। ਟੀਕਾ ਉਹਨਾਂ ਨੇ ਕੱਲ ਲਾ ਕੇ ਦੇਖਿਆ, ਪਰ ਇਹਦਾ ਬਹੁਤ ਵੱਡਾ ਵਿਵਾਦ ਹੋਇਆ। ਅੱਜ ਉਹਨਾਂ ਨੂੰ ਉਹਦੇ ਤੇ ਸਪਸ਼ਟੀਕਰਨ ਦੇਣਾ ਪਿਆ। ਪਰ ਰਾਜਸੀ ਆਗੂ ਇਸ ਮਾਮਲੇ ਨੂੰ ਬਹੁਤ ਮਤਲਬ ਆਪਣੇ ਆਪਣੇ ਤਰੀਕੇ ਦੇ ਨਾਲ ਉਛਾਲ ਰਹੇ ਨੇ। ਭਾਵੇਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਹੋਣ, ਆਮ ਆਦਮੀ ਪਾਰਟੀ ਹੋਵੇ, ਕਿਸਾਨ ਜਥੇਬੰਦੀਆਂ ਹੋਣ, ਸਾਰਿਆਂ ਨੇ ਕੈਪਟਨ ਸਾਹਿਬ ਦੇ ਇਸ ਬਿਆਨ ਨੂੰ ਆੜੇ ਹੱਥੀ ਲਿਆ, ਜਿਹਦੇ ਕਰਕੇ ਉਹਨਾਂ ਨੂੰ ਉਸ ਨੂੰ ਇਹ ਕਹਿਣਾ ਪਿਆ, ਇੱਕ ਸ਼ੁਕਰ ਕਰੋ ਜਦੋਂ ਤੋਂ ਇਹ ਵਿਜ਼ੂਅਲ ਕੰਮ ਆ ਗਿਆ ਸਾਡਾ ਖਹਿੜਾ ਛੁੱਟ ਗਿਆ, ਨਹੀਂ ਤਾਂ ਸਾਡੇ ਗੱਲ 'ਚ ਪਾ ਦਿੰਦੇ ਸੀ। ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਦੋਂ ਕੋਈ ਬਿਆਨ ਉਹਨਾਂ ਦੇ ਮੀਡੀਆ ਐਡਵਾਈਜ਼ਰ ਵੱਲੋਂ ਜਾਰੀ ਕੀਤਾ ਗਿਆ ਸੀ। ਜੀ ਦਰਸ਼ਕੋ, ਆਸ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਜੇ ਪ੍ਰੋਗਰਾਮ ਪਸੰਦ ਆਇਆ ਤਾਂ ਜ਼ਰੂਰ ਇਹਨੂੰ ਸ਼ੇਅਰ ਕਰਿਓ, ਅੱਗੇ ਵੱਧ ਤੋਂ ਵੱਧ ਲਾਈਕ ਕਰਿਓ, ਫੇਸਬੁੱਕ ਪੇਜ ਨੂੰ ਫੋਲੋ ਕਰੇ ਤੇ YouTube T5 ਚੈਨਲ ਪੰਜਾਬੀ ਦਾ ਉਹਨੂੰ ਸਬਸਕ੍ਰਾਈਬ ਕਰਿਓ, ਤਾਂ ਕਿ ਸਾਡੀ
ਹੌਸਲਾ ਅਫਜ਼ਾਈ ਹੁੰਦੀ ਰਹੀ ਤੇ ਢਿੱਲੋਂ ਸਾਹਿਬ ਦੇ ਨਾਲ ਹੋਰ ਜਿੰਨੇ ਪੱਤਰਕਾਰ ਨੇ, ਸੀਨੀਅਰ ਪੱਤਰਕਾਰ ਸਾਹਿਬਾਨ ਨੇ ਜਾਂ ਖਬਰਾਂ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਬੈਕ ਐਂਡ ਦੇ ਉੱਤੇ, ਜਿਨ੍ਹਾਂ ਦੀ ਤੁਸੀਂ ਆਵਾਜ਼ ਸੁਣਦੇ ਹੋ ਖਬਰਾਂ ਦੇ ਵਿੱਚ, ਜਾਂ ਜਿਹੜੇ ਉਹ ਸਕ੍ਰਿਪਟਿੰਗ ਕਰਦੇ ਨੇ, ਉਹਨਾਂ ਸਾਰਿਆਂ ਦੀ ਹੌਸਲਾ ਅਫਜ਼ਾਈ ਇਸੇ ਕਰਕੇ ਹੁੰਦੀ ਆ ਜਦੋਂ ਤੁਸੀਂ ਸਾਨੂੰ ਪ੍ਰੇਰਦੇ ਹੋ ਕਿ ਭਾਈ ਚੰਗੇ ਪ੍ਰੋਗਰਾਮ ਲੈ ਕੇ ਆਇਆ ਕਰੋ। ਇਸੇ ਤਰੀਕੇ ਨਾਲ ਸਾਡੀ ਟੈਕਨੀਕਲ ਟੀਮ ਦੇ ਬੰਦੇ ਉਹ ਸਾਰੇ ਉਡੀਕ ਕਰਦੇ ਹੁੰਦੇ ਨੇ ਕਿ ਸਾਨੂੰ YouTube 'ਤੇ ਵੱਧ ਤੋਂ ਵੱਧ ਕਮੈਂਟਸ ਆਉਣ, ਅਤੇ ਇਸ ਤਰੀਕੇ ਨਾਲ ਹੀ ਉਤਸ਼ਾਹਿਤ ਹੋ ਕੇ ਅਸੀਂ ਤੁਹਾਡੇ ਸਾਹਮਣੇ ਚੰਗੇ ਪ੍ਰੋਗਰਾਮ ਪੇਸ਼ ਕਰ ਸਕਾਂਗੇ। ਸੋ ਅੱਜ ਲਈ ਢਿੱਲੋਂ ਸਾਹਿਬ ਦਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।